सत श्री अकाल, तुसी देख रहे हो पंजाबी नैशनल टीवी। उम्मीद तुहाडी, कोशिश साडी। तुहाडा मनपसंद प्रोग्राम विचार चर्चा लैके एक बार फिर तो हाज़र हो गए हैं। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰੋਨਾ ਦੀ ਸਥਿਤੀ ਦੀ ਗੱਲ ਕਰਾਂਗੇ, ਟੀਕਾਕਰਨ ਦੀ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਕੋਟਕਪੂਰਾ ਫਾਇਰਿੰਗ ਮਾਮਲੇ ਦੇ ਵਿੱਚ ਜਿਹੜੀ ਨਵੀਂ ਸਿੱਟ ਦਾ ਗਠਨ ਕੀਤਾ ਗਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਸੂਬਾ ਸਰਕਾਰ ਜਾਨੀ ਕਿ ਪੰਜਾਬ ਕਾਂਗਰਸ ਦੇ ਵਿੱਚ ਕੁਝ ਮੰਤਰੀ ਮੁੱਖ ਮੰਤਰੀ ਦੇ ਖਿਲਾਫ ਕੀ ਖਿਚੜੀ ਪਕਾ ਰਹੇ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਆ ਜੀ। ਸ਼ੁਕਰੀਆ ਸਵਲੀਨ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ। ਚਲੋ ਸ਼ਰਮਾ ਜੀ, ਹਾਲਾਤ ਇਸ ਵੇਲੇ ਨਾਜ਼ੁਕ ਬਣੇ ਹੋਏ ਨੇ, ਕਰੋਨਾ ਜਿਹੜਾ ਹੱਥੋਂ ਨਿਕਲਦਾ ਜਾ ਰਿਹਾ ਆ ਤੇ ਕੀ ਕਹਿੰਦੇ ਨੇ ਮੌਜੂਦਾ ਅੰਕੜੇ? ਸਵਲੀਨ ਜੀ, ਜੇ ਅਸੀਂ ਕੋਵਿਡ ਦੀ ਗੱਲ ਕਰੀਏ ਤੇ ਇਹ ਮਹਾਮਾਰੀ ਜਿਹੜੀ ਆ ਬਹੁਤ ਭਿਅੰਕਰ ਰੂਪ ਦੇ ਨਾਲ ਸਾਰੀ ਦੁਨੀਆ 'ਚ ਸ਼ੁਰੂ ਹੋਈ ਸੀ। ਚੀਨ ਤੋਂ ਸ਼ੁਰੂ ਹੋ ਕੇ ਫਿਰ ਕੋਈ ਮੁਲਕ ਇਹਨੇ ਐਸਾ ਛੱਡਿਆ ਨਹੀਂ ਜਿੱਥੇ ਇਹਦੇ ਮਾਮਲੇ ਸਾਹਮਣੇ ਨਹੀਂ ਆਏ ਜੀ। ਪੂਰਾ 1 ਸਾਲ ਤੋਂ ਵੀ ਟਾਈਮ ਜ਼ਿਆਦਾ ਅੱਗੇ ਹੋ ਗਿਆ ਜਦੋਂ ਹਿੰਦੁਸਤਾਨ 'ਚ ਆਈ ਸੀ। ਫਰਵਰੀ ਮਾਰਚ ਦੇ ਵਿੱਚ ਪਹਿਲਾ ਕੇਸ ਸਾਹਮਣੇ ਆਇਆ ਸੀ ਤੇ ਉਸ ਤੋਂ ਵੀ ਅੱਗੇ ਹੁਣ 14-15 ਮਹੀਨੇ ਹੋਣ ਨੂੰ ਆ ਗਏ। ਜੇ ਦੁਨੀਆ ਦੀ ਗੱਲ ਕਰੀਏ ਤਾਂ ਅਕਤੂਬਰ 19 ਦੀ ਗੱਲ ਸੀ, ਫਿਰ 1.5 ਸਾਲ ਤੋਂ ਵੀ ਜ਼ਿਆਦਾ ਟਾਈਮ ਜਿਹੜਾ ਹੋ ਗਿਆ ਜੀ। ਪਰ ਅੱਜ ਦੇ ਹਾਲਾਤ ਜੋ ਨੇ ਉਹਦੇ ਵਿੱਚ ਅਸੀਂ ਬਹੁਤ ਸਾਰੇ ਦੇਸ਼ਾਂ ਨੂੰ ਇਹਦੇ ਤੋਂ ਬਚਦੇ ਹੋਏ ਤੇ ਠੀਕ ਹੁੰਦੇ ਹੋਏ ਦੇਖ ਰਹੇ ਹਾਂ, ਜਿੱਥੇ ਹਾਲਾਤ ਜਿਹੜੇ ਨੇ ਉਹ ਬਹੁਤ ਨੋਰਮਲ ਹੋ ਗਏ ਨੇ। ਯੂਰਪ ਲਗਭਗ ਵਿਜ਼ਟਰ ਵੀਜ਼ੇ ਸ਼ੁਰੂ ਕਰਨ ਵਾਲਾ ਹੈ। ਆਸਟ੍ਰੇਲੀਆ ਨਿਊਜ਼ੀਲੈਂਡ ਨੇ ਬਾਕੀ ਦੁਨੀਆ ਤੋਂ ਆਪਣੇ ਆਪ ਨੂੰ ਕੱਟ ਲਿਆ ਹੈ, ਪਰ ਉੱਥੇ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਚੰਗੇ ਨੇ। ਪਰ ਸਾਡੇ ਭਾਰਤ ਮਹਾਨ ਦੇ ਵਿੱਚ ਇਹ ਬਿਮਾਰੀ ਜਿਹੜੀ ਆ ਉਹਦਾ ਜਿਹੜਾ ਦੂਸਰਾ ਵੇਰੀਐਂਟ ਆ ਉਹ ਬਹੁਤ ਜ਼ਿਆਦਾ ਭਿਅੰਕਰ ਨਜ਼ਰ ਆ ਰਿਹਾ ਜੀ। ਜੇ ਅੰਕੜਿਆਂ ਦੀ ਗੱਲ ਕਰੀਏ ਤੇ ਪਿਛਲੇ ਕਾਫੀ ਦਿਨਾਂ ਤੋਂ ਰੋਜ਼ਾਨਾ ਜਿਹੜੀ ਕੇਸਾਂ ਦੀ ਗਿਣਤੀ ਆ ਉਹ 4 ਲੱਖ ਤੋਂ ਪਾਰ ਹੀ ਨਜ਼ਰ ਆ ਰਹੀ ਹੈ, ਜਦ ਕਿ ਪੂਰੀ ਦੁਨੀਆ ਦੇ ਜਿਹੜੇ ਕੇਸ ਆ ਉਹ 7 ਲੱਖ ਦੇ ਨੇੜੇ ਤੇੜੇ ਨਜ਼ਰ ਆਉਂਦੇ ਨੇ। ਸੋ 60% ਕੇਸ ਤੋਂ ਜ਼ਿਆਦਾ ਜਿਹੜੇ ਆ ਉਹ ਸਾਡੇ ਦੇਸ਼ 'ਚੋਂ ਹੀ ਨਜ਼ਰ ਆ ਰਿਹਾ। ਇਸੇ ਤਰ੍ਹਾਂ ਹੀ ਜਿਹੜਾ ਮੌਤ ਦਾ ਅੰਕੜਾ ਆ ਉਹ ਵੀ 4000 ਤੋਂ ਉੱਪਰ ਹੀ ਜਿਹੜਾ ਨਜ਼ਰ ਆ ਰਿਹਾ ਰੋਜ਼ ਦੀ ਰੋਜ਼ ਜੀ। ਤੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਟੀਕਾਕਰਨ ਮੁਹਿੰਮ ਜਿਹੜੀ ਆ ਰਾਜਾਂ ਨੂੰ ਹਦਾਇਤ ਦੇ ਰਹੀ ਹੈ ਕਿ ਟੀਕਾਕਰਨ ਮੁਹਿੰਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਓ। ਰਾਜ ਕਹਿ ਰਹੇ ਨੇ ਕਿ ਸਾਡੇ ਕੋਲ ਟੀਕੇ ਹੈ ਨਹੀਂ, ਤੇ ਟੀਕਾਕਰਨ ਦੀ ਐਕਚੁਅਲ ਸਥਿਤੀ ਕੀ ਹੈ ਇਸ ਵੇਲੇ? ਜਿਹੜੀ ਸਰਕਾਰ ਦੀ ਗੱਲ ਹੈ ਨਾ ਜੀ, ਜਦੋਂ ਅਸੀਂ ਮੋਦੀ ਸਰਕਾਰ ਦੀ ਜਾਂ ਕਿਸੇ ਵੀ ਸੈਂਟਰ ਸਰਕਾਰ ਦੀ ਗੱਲ ਕਰਦੇ ਹਾਂ ਤੇ ਉਹਨਾਂ ਦਾ ਜਿਹੜਾ ਹੈਗਾ ਆ ਰਵੱਈਆ ਉਹ ਹਰ ਮੌਕੇ ਤੇ ਆਮ ਤੌਰ ਤੇ ਕੇਂਦਰ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਆਪਣੇ ਆਪ ਨੂੰ ਸਸ਼ਕਤ ਬਣਾਉਣ ਦਾ ਹੁੰਦਾ, ਆਪਣੇ ਆਪ ਨੂੰ ਤਕੜੇ ਕਰਨ ਦਾ ਹੁੰਦਾ। ਬਹੁਤੇ ਅਧਿਕਾਰ ਉਹ ਚਾਹੁੰਦੇ ਆ ਕਿ ਸੂਬਾ ਸਰਕਾਰਾਂ ਕੋਲੋਂ ਆਪਣੇ ਕੋਲ ਲਏ ਜਾਣ, ਜਦਕਿ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਜਿਹੜੇ ਅਧਿਕਾਰ ਆ ਉਹਨਾਂ ਦੀ ਵੰਡ ਕੀਤੀ ਗਈ ਆ ਬੜੀ ਤਸੱਲੀ ਦੇ ਨਾਲ ਜੀ, ਕਿ ਬਹੁਤ ਸਾਰੇ ਜਿਹੜੇ ਸੌਖੇ ਛੋਟੇ ਮਾਮਲੇ ਨੇ ਜਾਂ ਜਿਹੜੇ ਸਟੇਟ ਦੇ ਹੱਕ ਦੇ ਵਿੱਚ ਦਿੱਤੇ ਗਏ ਨੇ, ਸਿੱਖਿਆ ਹੈ, ਸਿਹਤ ਹੈ, ਟਰਾਂਸਪੋਰਟੇਸ਼ਨ ਹੈ, ਉਹਨਾਂ ਦੀ ਜਿਹੜੀ ਕਾਰਵਾਈ ਆ ਉਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਰਾਜ ਸਰਕਾਰਾਂ ਨੂੰ ਦਿੱਤੀ ਹੋਈ ਹੈ ਜੀ। ਸੰਚਾਰ, ਡਿਫੈਂਸ, ਟੈਲੀਕਮਿਊਨੀਕੇਸ਼ਨ ਤੇ ਕੁਝ ਸੰਜੀਦਾ ਮਾਮਲੇ ਨੇ ਜਿੱਥੇ ਫਿਰ ਮੁਲਕ ਦੀ ਜਿਹੜੀ ਪ੍ਰਭੂਸੱਤਾ ਆ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜਾਂ ਸਿਕਿਉਰਿਟੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਉਹ ਜਿਹੜੇ ਮਾਮਲੇ ਨੇ ਉਹ ਕੇਂਦਰ ਸਰਕਾਰ ਕੋਲ ਨੇ ਜੀ। ਪਰ ਅਸੀਂ ਬੀਤੇ ਦਿਨਾਂ 'ਚ ਦੇਖਿਆ ਸਵਲੀਨ ਜੀ ਕਿ ਮੋਦੀ ਸਰਕਾਰ ਰਾਜਾਂ ਦੇ ਅਧਿਕਾਰਾਂ ਨੂੰ ਬਹੁਤ ਕਰਕੇ ਆਪਣੇ ਕੋਲ ਰੱਖਣ ਦੀ ਇੱਛੁਕ ਰਹੀ ਹੈ। ਸੈਂਟਰ ਸਟੇਟ ਰਿਲੇਸ਼ਨਸ ਦੇ ਵਿੱਚ ਉਹਨਾਂ ਦੀ ਜਿਹੜੀ ਕੜਵਾਹਟ ਆ ਇਸ ਗੱਲ ਤੇ ਸਾਹਮਣੇ ਆਈ ਆ। ਉਹ ਚਾਹੁੰਦੇ ਆ ਕਿ ਪਾਵਰਾਂ ਦਾ ਜਿਹੜਾ ਡੀਸੈਂਟਰਲਾਈਜੇਸ਼ਨ ਨਾ ਹੋ ਕੇ ਸੈਂਟਰਲਾਈਜੇਸ਼ਨ ਹੋਵੇ, ਕੇਂਦਰੀਕਰਨ ਕਰਨਾ ਚਾਹੁੰਦੇ ਆ ਪਾਵਰਾਂ ਦਾ। ਉਹ ਆਪ ਸੱਤਾ ਦੇ ਵਿੱਚ ਤਕੜੇ ਹੋ ਕੇ ਬੈਠਣਾ ਚਾਹੁੰਦੇ ਆ ਤਾਂ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਉਹ ਕੰਟਰੋਲ ਕਰ ਸਕਣ। ਪਰ ਇਹਦਾ ਪੂਰਾ ਵਿਰੋਧਾਭਾਸ ਜਿਹੜਾ ਆ ਉਹ ਕੋਵਿਡ ਦੇ ਦੌਰਾਨ ਜਿਹੜਾ ਸਾਡੇ ਸਾਹਮਣੇ ਆਇਆ ਜੀ। ਜੇ ਤੁਸੀਂ ਸੈਂਟਰਲਾਈਜ਼ਡ ਕਰਨਾ ਚਾਹੁੰਦੇ ਹੋ ਪਾਵਰਾਂ ਨੂੰ ਤਾਂ ਫਿਰ ਤੁਸੀਂ ਇਸ ਸਮੱਸਿਆ ਦੇ ਵਿੱਚ ਵੀ ਸੈਂਟਰਲਾਈਜ਼ਡ ਹੋਵੋ, ਫਿਰ ਇਸ ਸਮੱਸਿਆ ਨੂੰ ਹੱਲ ਕਰਨ ਲਈ ਵੀ ਤੁਸੀਂ ਤਕੜੇ ਫੈਸਲੇ ਲਓ, ਮੋਹਰੇ ਹੋ ਕੇ ਉਹਦੇ ਲਈ ਜਵਾਬਦੇਹ ਬਣੋ। ਜੇ ਕੋਈ ਗੱਲ ਗਲਤ ਵੀ ਹੋ ਜਾਊਗੀ ਤੇ ਕੋਈ ਗੱਲ ਨਹੀਂ, ਉਹਨੂੰ ਓਪਨ ਹਾਰਟਡਲੀ ਮੰਨੋ। ਤੁਹਾਨੂੰ ਲੱਗਦਾ ਸੀਗਾ, ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਇਲੈਕਸ਼ਨ ਕਰਾਉਣੀਆਂ ਜ਼ਰੂਰੀ ਸੀ, ਕਰਵਾ ਲਈਆਂ। 2 ਮਈ ਨੂੰ ਇਲੈਕਸ਼ਨ ਮੁੱਕ ਗਈਆਂ, ਉਸ ਤੋਂ ਵੀ ਅੱਗੇ ਹਫ਼ਤਾ ਹੋ ਗਿਆ ਜੀ। ਤੇ ਜੇ ਹੁਣ ਤੁਸੀਂ ਹਾਲੇ ਵੀ ਤੁਸੀਂ ਇਸੇ ਗੱਲ ਤੇ ਫਸੇ ਹੋਏ ਆ ਕਿ ਹਾਈ ਕੋਰਟ ਕੀ ਕਹਿ ਰਿਹਾ ਹੈ, ਸੁਪਰੀਮ ਕੋਰਟ ਕੀ ਕਹਿ ਰਿਹਾ ਹੈ, ਚੋਣ ਕਮਿਸ਼ਨ ਕੀ ਕਹਿ ਰਿਹਾ ਹੈ, ਅਸੀਂ ਬਿਆਨਬਾਜ਼ੀ ਕਰਨੀ ਹੈ ਔਰ ਸਿਰਫ ਇਸ ਗੱਲ ਤੋਂ ਸਰਕਾਰਾਂ ਦੇ ਉੱਤੇ ਰੱਖ ਦਿੱਤੀ ਹੈ ਗੱਲ। ਜਦੋਂ ਪਿਛਲੀ ਵਾਰ ਦੀ ਗੱਲ ਸੀ 22 ਮਾਰਚ ਨੂੰ ਪੂਰੇ ਮੁਲਕ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਅੱਗੋਂ ਹੋ ਕੇ ਲਾਕਡਾਊਨ ਲਾਤਾ ਸੀ। ਹੁਣ ਬਹੁਤ ਸਾਰੇ ਮਾਹਰਾਂ ਦਾ ਇਹੀ ਕਹਿਣਾ ਆ ਕਿ ਭਾਰਤ ਦੇ ਵਿੱਚ ਇਸ ਚੇਨ ਨੂੰ ਤੋੜਨ ਲਈ ਕੁਝ ਹੱਦ ਤੱਕ ਮਹੀਨੇ ਦਾ ਜਾਂ 15 ਦਿਨ ਦਾ ਜਿਹੜਾ ਸਟਰੋਂਗ ਲਾਕਡਾਊਨ ਉਹ ਲੱਗਣਾ ਚਾਹੀਦਾ। ਅਮਰੀਕਾ ਦੇ ਸਭ ਤੋਂ ਵੱਡੇ ਜਿਹੜੇ ਸਿਹਤ ਐਕਸਪਰਟ ਨੇ, ਫੌਸੀ ਕੁਛ ਇੱਦਾਂ ਦਾ ਉਹਨਾਂ ਦਾ ਨਾਮ ਹੈ, ਉਹ ਬਾਈਡਨ ਦੇ ਵੀ ਸਲਾਹਕਾਰ ਨੇ ਹੈਲਥ ਦੇ ਮਾਮਲੇ 'ਚ। ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਵੱਖ-ਵੱਖ ਅਖਬਾਰਾਂ 'ਚ ਇੰਟਰਵਿਊਜ਼ ਕਰਕੇ ਆਪਣੀ ਗੱਲ ਦੱਸੀ ਹੈ ਕਿ ਭਾਰਤ ਨੂੰ ਘੱਟੋ ਘੱਟ 1 ਮਹੀਨੇ ਦਾ ਲਾਕਡਾਊਨ ਲਾਉਣਾ ਚਾਹੀਦਾ। ਤੇ ਹੁਣ ਜਿਹੜੀ ਕੇਂਦਰ ਸਰਕਾਰ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆਉਂਦੀ ਆ। ਹੁਣ ਉਹਨਾਂ ਨੇ ਜਿਹੜੀ ਗੇਂਦ ਆ ਉਹ ਰਾਜਾਂ ਦੇ ਪੱਲੇ ਦੇ ਵਿੱਚ ਸੁੱਟੀ ਹੋਈ ਹੈ।
ਤੇ ਰਾਜਾਂ ਦੇ ਜੋ ਹਾਲਾਤ ਨੇ, ਮੈਂ ਬਾਕੀਆਂ ਦੀ ਗੱਲ ਨਹੀਂ ਕਰਦਾ, ਅਸੀਂ ਆਪਣੇ ਰਾਜ ਦੀ ਗੱਲ ਕਰੀਏ ਤੇ ਰਾਜ ਸਰਕਾਰਾਂ ਵੀ ਹੁਣ ਪੂਰੇ ਦੇ ਪੂਰੇ ਰਾਜ ਨੂੰ ਛੱਡ ਕੇ ਜ਼ਿਲ੍ਹੇ ਤੇ ਗੱਲ ਸੁੱਟ ਰਹੀਆਂ ਨੇ। ਬਿਲਕੁਲ। ਤੇ ਜ਼ਿਲ੍ਹੇ ਤੋਂ ਅੱਗੇ ਫਿਰ ਉਹ ਜਿਹੜੀ ਗੱਲ ਆ ਉਹ ਬਲਾਕ ਲੈਵਲ ਤੇ ਜਾਂ ਥਾਣਾ ਲੈਵਲ ਤੇ ਜਿਹੜੀ ਉਹ ਫੈਲ ਰਹੀ ਆ। ਕੱਲ ਜਾਂ ਬੀਤੇ ਇੱਕ ਹਫ਼ਤੇ ਦੀ ਅਸੀਂ ਗੱਲ ਕਰੀਏ ਤੇ ਹਰ 2-4 ਘੰਟਿਆਂ ਬਾਅਦ ਨਵੇਂ ਆਦੇਸ਼ ਜਿਹੜੇ ਉਹ ਜਾਰੀ ਹੋ ਜਾਂਦੇ। ਜੀ। ਇਦਾਂ ਉਦੋਂ ਹੋਣੀ ਚਾਹੀਦੀ ਸੀ ਜਦੋਂ ਬਿਮਾਰੀ ਨਵੀਂ ਸੀ। ਹੁਣ ਤੇ ਇਹੋ ਜਿਹੇ ਹਾਲਾਤ ਨਹੀਂ ਹੈਗੇ। ਜੇ ਅਸੀਂ ਪੰਜਾਬ ਦੀ, ਤੁਸੀਂ ਅੰਕੜਿਆਂ ਦੀ ਗੱਲ ਕੀਤੀ ਸੀ, ਅਸੀਂ ਵਾਪਸ ਆਪਣੀ ਗੱਲ ਤੇ ਆਈਏ ਤੇ 8000 ਤੋਂ ਪਲੱਸ ਮਾਮਲੇ ਜਿਹੜੇ 8300 8400, ਕੁਝ ਅਖਬਾਰਾਂ ਡਿਫਰ ਕਰਦੀਆਂ ਨੇ, ਸਾਡਾ ਬਹੁਤ, ਅਸੀਂ ਨੈਟਵਰਕਿੰਗ ਤੋਂ ਤਾਂ ਅੰਕੜੇ ਨਹੀਂ ਲਏ ਕਿ ਹਰ ਹਸਪੀਟਲਸ ਤੋਂ ਪਤਾ ਕਰੀਏ ਜੀ। ਮੋਟੀ ਜਿਹੜੇ 8000 ਤੋਂ 8500 ਤੱਕ ਪੰਜਾਬ ਦੇ ਰੋਜ਼ ਦੇ ਕੇਸ ਨੇ ਤੇ ਮੌਤਾਂ ਦੀ ਗਿਣਤੀ ਕਦੇ 190, ਕਦੇ 160, ਕਦੀ 170 ਤੇ ਕੱਲ ਦੀ ਜਿਹੜੀ ਗਿਣਤੀ 165 ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ। ਪਰ ਮੈਂ ਇੱਕ ਗੱਲ ਨਾਲ ਹੋਰ, ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਤੇ ਕੁਝ ਹੱਦ ਤੱਕ ਦਰਸ਼ਕ ਵੀ ਸਹਿਮਤ ਹੋਣਗੇ ਕਿ ਇਹ ਜਿਹੜੇ ਅੰਕੜੇ ਨੇ ਇਹਨਾਂ ਦੇ ਵਿੱਚ ਵੀ ਜਿਹੜਾ ਰੋਲ ਘਚੋਲਾ ਆ ਸਵਲੀਨ ਜੀ, ਉਹ ਕਾਫੀ ਹੈ। ਦੱਸਿਆ ਕੁਝ ਹੋਰ ਜਾ ਰਿਹਾ ਤੇ ਐਕਚੁਅਲ ਫਿਗਰਸ ਜਿਹੜੀਆਂ ਨੇ ਉਹ ਕੁਝ ਹੋਰ ਨੇ। ਇਦਾਂ ਵੀ ਹੋ ਸਕਦਾ ਕਿ ਸਰਕਾਰੀ ਮੁਲਾਜ਼ਮ ਜਾਂ ਜੋ ਇਹਨਾਂ ਦਾ ਸਿਸਟਮ ਹੈ, ਜਿਹੜਾ ਵੀ ਡਾਟਾ ਇਕੱਠਾ ਕਰ ਰਿਹਾ ਹੈ, ਜਿਹੜਾ ਵੀ ਇਹਨਾਂ ਦਾ ਸਿਸਟਮ ਬਣਾ ਰਿਹਾ ਹੈ, ਐਗਜ਼ੀਕਿਊਸ਼ਨ ਸ਼ਾਮ ਤੱਕ ਹੁੰਦੀ ਆ ਕਿ ਕਿੱਥੋਂ ਕਿੰਨੇ ਅੰਕੜੇ ਮਿਲੇ, ਜਾਂ ਤੇ ਉਹਦੇ 'ਚ ਕਿਤੇ ਡਿਲੇ ਹੋ ਜਾਂਦੀ ਆ, ਜਾਂ ਇਹ ਜਾਣਬੁੱਝ ਕੇ ਇਸ ਚੀਜ਼ ਤੋਂ ਲੋਕਾਂ ਨੂੰ ਬੇਪਰਦਾ ਰੱਖਣਾ ਚਾਹੁੰਦੇ ਆ ਕਿ ਲੋਕਾਂ ਨੂੰ ਪਤਾ ਨਾ ਲੱਗੇ, ਇਸ ਗੱਲ ਦਾ ਪਰਦਾ ਪਿਆ ਹੀ ਰਵੇ ਕਿ ਕੀ ਆ। ਪਰ ਇੱਕ ਅੰਦਾਜ਼ਾ ਇਹ ਆ ਕਿ ਇਹਨਾਂ ਅੰਕੜਿਆਂ ਦੇ ਵਿੱਚ 1 ਤੋਂ ਲੈ ਕੇ 5 ਗੁਣਾ ਤੱਕ ਦਾ ਹੇਰ-ਫੇਰ ਹੈ, ਡਿਪੈਂਡ ਕਰਦਾ ਕੁਝ ਸ਼ਹਿਰਾਂ ਦੇ ਵਿੱਚ ਤੇ ਕੁਝ ਪਿੰਡਾਂ ਦੇ ਵਿੱਚ। ਤੁਸੀਂ ਗੱਲ ਕਰ ਰਹੇ ਪੰਜਾਬ ਦੀ, 1-2 ਦਿਨ ਪਹਿਲਾਂ ਸਾਡੀ ਸਰਕਾਰ ਇਹ ਕਹਿ ਰਹੀ ਸੀ, ਸੂਬਾ ਸਰਕਾਰ, ਕਿ ਸਾਡੇ ਕੋਲ ਟੀਕੇ ਨਹੀਂ ਹੈਗੇ। ਕੇਂਦਰ ਨੂੰ ਰਿਕੁਐਸਟ ਕਰ ਰਹੇ ਸੀ ਕਿ ਸਾਨੂੰ ਟੀਕੇ ਭੇਜੋ, ਤੇ ਹੁਣ ਇਹਨਾਂ ਨੇ ਐਲਾਨ ਕਰਤਾ ਕਿ 18 ਤੋਂ 45 ਸਾਲ ਦੀ ਉਮਰ ਵਰਗ ਨੂੰ ਸੋਮਵਾਰ ਨੂੰ ਟੀਕੇ ਲੱਗਣਗੇ। ਜੇ ਟੀਕੇ ਹੈ ਨਹੀਂ ਤੇ ਫਿਰ ਲਾਉਣੇ ਕਿੱਥੋਂ ਨੇ? ਮੇਰਾ ਪਰਸਨਲ ਐਕਸਪੀਰੀਅੰਸ ਰਿਹਾ ਜੀ, ਪਿਛਲੇ 2-3 ਦਿਨਾਂ 'ਚ ਅਸੀਂ ਹਸਪੀਟਲ ਜਾਣਾ ਸੀ, ਕਿਸੇ ਦੇ ਟੀਕਾ ਲਗਵਾਉਣਾ ਸੀ ਤੇ ਮੈਂ ਸੋਚਿਆ ਕਿ ਆਪਣਾ ਵੀ ਲਵਾ ਲਈਏ। ਪਰ ਜਦੋਂ ਪਤਾ ਕੀਤਾ ਤੇ ਉਹ ਕਹਿੰਦੇ 18 ਤੋਂ 45 ਵਾਲੇ ਗੇੜ, ਜਿਸ ਉਮਰ 'ਚ ਅਸੀਂ ਹਾਲੇ ਆਉਂਦੇ ਆ ਉੱਥੇ ਟੀਕਾ ਜਿਹੜਾ ਨਹੀਂ ਲੱਗਣਾ। ਫਿਰ ਇਹ ਵੀ ਦੱਸਿਆ ਗਿਆ ਕਿ ਕੁਝ ਸੈਂਟਰਾਂ ਤੇ ਟੀਕੇ ਨਹੀਂ ਹਨ, 1-2 ਦਿਨਾਂ 'ਚ ਆ ਜਾਣਗੇ। ਪ੍ਰਾਈਵੇਟ ਹਸਪੀਟਲਸ ਤੋਂ ਵੀ ਅਸੀਂ ਪਤਾ ਕਰਕੇ ਕੋਸ਼ਿਸ਼ ਕੀਤੀ, ਉੱਥੇ ਵੀ ਜਿਹੜੇ ਟੀਕੇ ਹਾਲੇ ਅਵੇਲੇਬਲ ਨਹੀਂ ਹੈ। 1 ਤਰੀਕ ਦੀ ਗੱਲ ਹੋਈ ਸੀ, 1 ਮਈ ਤੋਂ, ਕਿ 18 ਤੋਂ 45 ਸਾਲ ਦੀ ਜਿਹੜੀ ਉਮਰ ਹੈ, ਜਿਹੜੀ ਦੂਸਰਾ ਗੇੜ ਸੀ, ਉਹਦੇ ਵਿੱਚ ਵੀ ਜਿਹੜੇ ਟੀਕੇ ਆ ਲਾਉਣੇ ਸ਼ੁਰੂ ਕਰ ਦੇਣੇ ਸੀ। ਪੰਜਾਬ ਸਰਕਾਰ ਨੇ ਵੀ ਇਹੀ ਗੱਲ ਕਹੀ ਸੀ, ਪੂਰੇ ਭਾਰਤ ਨੇ ਵੀ ਇਹੀ ਗੱਲ ਕਹੀ ਸੀ। ਪਰ ਉਸ ਤੋਂ ਦੂਸਰੇ ਦਿਨ ਹੀ 2 ਮਈ ਨੂੰ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਬਹੁਤੇ ਜਿਹੜੇ ਸਟੇਟ ਨੇ ਜਾਂ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਹੈਲਥ ਨੂੰ ਲੈ ਕੇ, ਜਿਹੜਾ ਉਹਨਾਂ ਦੇ ਕੋਲ ਲੋਕਾਂ ਦੀ ਗਿਣਤੀ ਆ, ਚਾਹੇ ਉਹ ਨਰਸਸ ਨੇ, ਚਾਹੇ ਉਹ ਡਾਕਟਰਸ ਨੇ, ਚਾਹੇ ਉਹ ਜਿਹੜੇ ਟਰਾਂਸਪੋਰਟੇਸ਼ਨ ਸਿਸਟਮ ਹੈ ਕਿ ਇੱਕ ਜਗ੍ਹਾ ਤੇ ਟੀਕੇ ਮਿਲਦੇ ਨੇ ਉਹਨੂੰ ਦੂਜੀ ਜਗ੍ਹਾ ਤੇ ਪਹੁੰਚਾਉਣਾ ਹੈ, ਉਹ ਸਾਰਾ ਜਿਹੜਾ ਆ ਉਹ ਇਸ ਗੱਲ ਦੇ ਵਿੱਚ ਉਹਨਾਂ ਕੋਲ ਨਾਕਾਬਲ ਸਾਬਤ ਹੋਇਆ ਸੀ ਕਿ ਅਸੀਂ ਫਿਰ ਟੀਕੇ ਜਿਹੜੇ ਆ 1 ਤਰੀਕ ਤੋਂ ਜਾਂ 2 ਤਰੀਕ ਤੋਂ 18 ਤੋਂ 45 ਏਜ ਗਰੁੱਪ ਲਈ ਨਹੀਂ ਲਾ ਸਕਾਂਗੇ। ਤੇ ਪਿਛਲੇ ਦਿਨੀ ਅਸੀਂ ਅਖਬਾਰ 'ਚ ਗੱਲ ਪੜ੍ਹੀ ਸੀ ਕਿ ਪੰਜਾਬ ਸਰਕਾਰ ਨੇ 30 ਲੱਖ ਟੀਕੇ ਦੀ ਮੰਗ ਕੀਤੀ ਆ ਤੇ ਸੀਰਮ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮਈ ਦੇ ਤੀਸਰੇ ਹਫ਼ਤੇ ਤੱਕ ਅਸੀਂ ਤੁਹਾਨੂੰ 3 ਲੱਖ ਦੇ ਕਰੀਬ 3,29,000 ਸ਼ਾਇਦ ਉਹਨਾਂ ਨੇ ਗਿਣਤੀ ਦੱਸੀ ਸੀ ਕਿ ਟੀਕੇ ਅਸੀਂ ਤੁਹਾਨੂੰ ਜਿਹੜੇ ਆ ਉਹ ਪ੍ਰੋਵਾਈਡ ਕਰਾਵਾਂਗੇ। ਤੇ ਅੱਜ ਦੀ ਹੀ ਇਹ ਗੱਲ ਹੈ ਕਿ ਸੋਮਵਾਰ ਤੋਂ ਜਿਹੜੇ 18 ਤੋਂ 45 ਸਾਲ ਦੀ ਏਜ ਗੈਪ ਨੂੰ ਜਿਹੜੇ ਟੀਕੇ ਨੇ ਉਹ ਲੱਗਣੇ ਸ਼ੁਰੂ ਹੋ ਜਾਣਗੇ। ਹਾਲ ਦੀ ਘੜੀ ਇਹ ਸਿਰਫ ਅਖਬਾਰ ਦਾ ਬਿਆਨ ਹੈ। ਪਰਸੋਂ ਨੂੰ ਇਹ ਟੀਕੇ ਕਿੱਥੇ ਪਹੁੰਚਦੇ ਨੇ, ਕਿੱਥੇ ਲੱਗਦੇ ਨੇ, ਕਿਉਂਕਿ ਅਸੀਂ ਉਸ ਦਿਨ ਇਸ ਗੱਲ ਤੇ ਜ਼ਿਕਰ ਕੀਤਾ ਸੀ ਸਵਲੀਨ ਜੀ ਕਿ ਜਿਸ ਦਿਨ ਸਰਕਾਰ ਨੇ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਸੀ ਕਿ 18 ਤੋਂ 45 ਲੱਗਣੇ ਆ, ਉਸ ਦਿਨ ਹੀ ਕਰੋੜ ਤੋਂ ਵੱਧ ਲੋਕਾਂ ਨੇ ਆਲ ਇੰਡੀਆ ਆਪਣੀ ਰਜਿਸਟ੍ਰੇਸ਼ਨ ਜਿਹੜੀ ਆ ਕਰਵਾ ਲਈ ਸੀ। ਮੈਂ ਥੋੜਾ ਜਿਹਾ ਜੇ ਇਹਦੀ ਹੋਰ ਇੱਕ ਪੱਖ ਨੂੰ ਅਸੀਂ ਦੇਖੀਏ ਸਵਲੀਨ ਜੀ ਵਿਚਾਰ ਕੇ, ਤੇ 3 ਕਰੋੜ ਦੇ ਨੇੜੇ ਤੇੜੇ ਪੰਜਾਬ ਦੀ ਆਬਾਦੀ ਆ, ਤੇ ਜੇ ਅਸੀਂ ਉਹਦਾ 18 ਤੋਂ ਉੱਪਰ ਵਾਲਾ ਗਿਣਤੀ ਕਰਾਂਗੇ ਤੇ ਉਹ ਜਿਹੜੀ ਆ 2 ਕਰੋੜ ਦੇ ਨੇੜੇ ਤੇੜੇ ਕਿਤੇ ਬੈਠੇਗੀ ਜੀ। ਕੁਝ ਟੀਕੇ ਲਗਵਾ ਵੀ ਚੁੱਕੇ ਨੇ ਤੇ ਇਸ ਆਬਾਦੀ ਨੂੰ ਜੇ ਅਸੀਂ ਹੋਰ ਇਹਦੀ ਪੁਣਛਾਣ ਕਰੀਏ ਤੇ ਬਹੁਤ ਸਾਰੇ ਲੋਕ ਪੰਜਾਬ ਤੋਂ ਬਾਹਰ ਵੀ ਨੇ ਜੀ। ਜਦੋਂ 2011 ਦੇ ਵਿੱਚ ਆਧਾਰ ਕਾਰਡ ਬਣਨੇ ਸ਼ੁਰੂ ਹੋਏ ਸੀ ਤੇ ਇੱਕ ਸਿਸਟਮ ਬਣਿਆ ਸੀਗਾ ਕਿ ਹਰ ਪਿੰਡ ਦੇ ਵਿੱਚ 2 ਜਾਂ 3 ਆਧਾਰ ਕਾਰਡ ਦੀਆਂ ਮਸ਼ੀਨਾਂ ਲੈ ਕੇ 3 ਜਾਂ 4 ਆਪਰੇਟਰ ਜਾਂਦੇ ਸੀ, ਉਹ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਦੇ ਸੀ, ਕਿਤੇ ਉੱਥੇ ਜਿਹੜੀ ਆ ਹਰ ਬੰਦੇ ਦੀ ਐਨਰੋਲਮੈਂਟ ਹੋ ਜਾਂਦੀ ਸੀ। ਤੇ ਅਸੀਂ ਆਪ ਉਹ ਸਿਸਟਮ ਦੇਖਿਆ ਆ ਕਿ ਇੱਕ ਪਿੰਡ 2 ਜਾਂ 3 ਦਿਨਾਂ ਦੇ ਵਿੱਚ ਕਵਰ ਹੋ ਜਾਂਦਾ ਸੀ। ਐਵਰੇਜ 1500 2000 ਦੀ ਆਬਾਦੀ ਵਾਲਾ ਜਿਹੜਾ ਪਿੰਡ ਸੀ, ਜਾਂ 5 ਦਿਨ 'ਚ ਹੋ ਜਾਂਦਾ ਸੀਗਾ। ਜੇ ਇਸ ਮੁਹਿੰਮ ਨੂੰ, ਟੀਕਾਕਰਨ ਦੀ ਮੁਹਿੰਮ ਨੂੰ ਮਾਸ ਮੁਹਿੰਮ ਬਣਾ ਲਿਆ ਜਾਵੇ, ਪਰ ਦੂਸਰੀ ਗੱਲ ਜਿਹੜੀ ਆ ਉਹ ਉਸ ਗੱਲ ਤੇ ਡਿਪੈਂਡ ਕਰਦਾ ਕਿ ਟੀਕਾ ਇਹਨਾਂ ਨੂੰ ਕਿੰਨਾ ਅਵੇਲੇਬਲ ਹੋ ਰਿਹਾ ਤੇ ਕਿੰਨੇ ਟੀਕੇ ਇਹਨਾਂ ਕੋਲ ਪਹੁੰਚ ਰਹੇ। ਜਦੋਂ ਆਪਾਂ ਨੈਸ਼ਨਲ ਅੰਕੜੇ ਦੇਖਦੇ ਹਾਂ ਤੇ 2 ਮਿਲੀਅਨ ਟੀਕੇ ਰੋਜ਼ ਜਿਹੜੇ ਆ ਉਹ ਬਣ ਰਹੇ ਨੇ, ਐਵਰੇਜ 20 ਲੱਖ ਟੀਕੇ ਰੋਜ਼ ਬਣ ਰਹੇ ਨੇ। ਤੇ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਪ੍ਰੋਡਕਸ਼ਨ ਦੀ ਵਧਣ ਦੀ ਵੀ ਆਸ ਹੈ ਤੇ ਕੁਝ ਬਾਹਰੋਂ ਵੀ ਜਿਹੜੇ ਟੀਕੇ ਇਹਨਾਂ ਨੂੰ ਮਿਲ ਜਾਣਗੇ ਜੇ ਸਰਕਾਰਾਂ ਇਸ ਚੀਜ਼ ਲਈ ਸੁਹਿਰਦ ਹੋਣ। ਪਹਿਲਾਂ 15 ਦਿਨ ਪਹਿਲਾਂ ਦੀ ਜੇ ਗੱਲ ਕਰੀਏ ਤੇ ਹਾਲਾਤ ਇਹ ਸੀ ਕਿ ਬਹੁਤ ਸਾਰੇ ਲੋਕ ਟੀਕਾ ਲਗਵਾਉਣ ਲਈ ਇੱਛੁਕ ਨਹੀਂ ਸੀ। 15 ਦਿਨ ਜਾਂ ਉਸ ਤੋਂ ਵੀ ਪਹਿਲਾਂ ਚਲੇ ਜਾਈਏ, 3 ਹਫ਼ਤੇ 4 ਹਫ਼ਤੇ ਪਹਿਲਾਂ। ਪਰ ਹੁਣ ਲੋਕ ਚਾਹੁੰਦੇ ਨੇ ਕਿ ਵੈਕਸੀਨੇਸ਼ਨ ਜਿਹੜੀ ਆ ਹੋ ਜਾਏ ਤੇ ਚੰਗੀ ਆ ਜੀ। ਸਰਕਾਰ, ਜਿੱਦਾਂ ਤੁਸੀਂ ਦੱਸਿਆ ਕਿ ਸਰਕਾਰ ਬਹੁਤ ਸੰਜੀਦਾ ਨਜ਼ਰ ਨਹੀਂ ਆ ਰਹੀ ਤੇ ਉਹਨਾਂ ਦੇ ਸਿਸਟਮ ਦੇ ਵਿੱਚ ਜਿਹੜੇ ਲੂਪ ਹੋਲਸ ਨੇ ਉਹ ਕਾਫੀ ਨੇ।
ਤੇ ਚਾਹੀਦਾ ਇਹ ਆ ਕਿ ਟੀਕਿਆਂ ਦੀ ਪਹੁੰਚ ਜਿਹੜੀ ਆ ਉਹ ਯਕੀਨੀ ਬਣਾਈ ਜਾਵੇ, ਹਰ ਸੈਂਟਰ ਤੱਕ ਟੀਕੇ ਪਹੁੰਚਣ ਤੇ ਫਿਰ ਉਹਦੇ ਜਿਹੜੀ ਜਿੱਦਾਂ ਦੀ ਰਜਿਸਟ੍ਰੇਸ਼ਨ ਲੋਕਾਂ ਦੀ ਹੋ ਰਹੀ ਆ ਉਵੇਂ ਦੇ ਉਵੇਂ ਨਾਲ ਦੀ ਨਾਲ ਟੀਕੇ ਲੱਗੀ ਜਾਣ ਤੇ ਚੰਗੇ ਨੇ। ਸਵਲੀਨ ਜੀ, ਗੱਲ ਇਹ ਵੀ ਆ ਕਿ ਪਿਛਲੇ 10 ਦਿਨਾਂ ਦੇ ਵਿੱਚ ਪੂਰੇ ਮੁਲਕ ਦੇ ਵਿੱਚ 10,000 ਤੋਂ ਜ਼ਿਆਦਾ ਜਿਹੜੇ ਸੈਂਟਰ ਨੇ, ਟੀਕਾਕਰਨ ਸੈਂਟਰ ਜਿਹੜੇ ਬਣੇ ਸੀ ਜਿੱਥੇ ਟੀਕੇ ਲੱਗ ਰਹੇ ਸੀ, ਉਹ ਬੰਦ ਵੀ ਹੋਣ ਦੀ ਖਬਰ ਮਿਲੀ ਆ ਜੀ। ਹੁਣ ਰਾਜ ਸਰਕਾਰ ਇਹ ਕਹਿ ਰਹੀ ਆ ਕਿ ਨੈਸ਼ਨਲ ਤੋਂ ਜਦੋਂ ਸਾਨੂੰ ਕੇਂਦਰ ਸਰਕਾਰ ਤੋਂ ਜਿਹੜੀ ਟੀਕਿਆਂ ਦੀ ਪਹੁੰਚ ਹੁੰਦੀ ਆ ਉਹਦਾ ਪਤਾ 2-3 ਦਿਨ ਦੇ ਵਿੱਚ ਹੀ ਲੱਗਦਾ ਹੈ ਜੀ। ਤੇ ਸਾਨੂੰ ਮੰਨ ਲਓ ਅੱਜ ਪਤਾ ਲੱਗਦਾ ਹੈ ਕਿ ਪਰਸੋਂ ਨੂੰ ਇੰਨੇ ਟੀਕੇ ਮਿਲਣੇ ਤੇ ਇੰਨੀ ਜਲਦੀ ਅਸੀਂ ਉਹਨਾਂ ਨੂੰ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਨਹੀਂ ਪਹੁੰਚਾ ਸਕਦੇ। ਸੋ ਦੋਨਾਂ ਦੇ ਵਿੱਚ ਤਾਲਮੇਲ ਦੀ ਵੀ ਕਮੀ ਹੈ। ਜਦੋਂ ਸਰਕਾਰ ਨੂੰ ਪਤਾ ਹੈ ਕਿ ਰੋਜ਼ ਦੀ ਰੋਜ਼ ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ ਤੇ ਕਿੰਨੀ ਨਹੀਂ ਹੋ ਰਹੀ, ਇਹਦੇ ਲਈ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਆ। ਤੇ ਅੱਜ ਦੀ ਡੇਟ ਦੇ ਵਿੱਚ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਫੋਨ ਲਾਈਨ ਨਾਲ, WhatsApp ਨਾਲ, ਈਮੇਲ ਨਾਲ ਸੌਖੀਆਂ ਪਤਾ ਲੱਗ ਸਕਦੀਆਂ ਨੇ। ਹੁਣ ਕਿਹੜਾ ਕੋਈ ਚਿੱਠੀ ਬਣਾ ਕੇ ਭੇਜਣੀ ਆ ਤੇ ਉਸ ਚਿੱਠੀ ਤੋਂ ਪੜ੍ਹ ਕੇ ਫਿਰ ਪਤਾ ਲੱਗਣਾ ਹੈ ਕਿ ਕਿੰਨੇ ਟੀਕੇ ਆਉਣੇ ਨੇ ਤੇ ਕਿੰਨੇ ਨਹੀਂ। ਪਰ ਜੇ ਸਰਕਾਰ, ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਚੋਣ ਕਮਿਸ਼ਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਵੇਲ ਹੋਵੇ, ਇੱਕ ਨੈਸ਼ਨਲ ਲੈਵਲ ਤੇ ਕਮੇਟੀ ਬਣੇ, ਪੂਰੇ ਪੰਜਾਬ ਦੇ ਵਿੱਚ ਕਿੰਨੇ ਟੀਕੇ ਆਉਣੇ ਆ, ਕਿੱਥੇ ਵੰਡਣੇ, ਇੰਨਾ ਕੰਮ ਤੇ ਇੱਕ ਅਧਿਕਾਰੀ ਕਰ ਸਕਦਾ। ਬਿਲਕੁਲ। ਕੁਝ ਵੱਡਾ ਔਖਾ ਕੰਮ ਨਹੀਂ ਹੈ, ਪਰ ਇਹਦੇ ਲਈ ਬਹੁਤ ਸੰਜੀਦਾ ਹੋ ਕੇ ਇੱਕ ਪਲਾਨ ਬਣਾਉਣ ਦੀ ਲੋੜ ਹੈ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇਸ ਵੇਲੇ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਇਸ ਵੇਲੇ ਹਾਹਾਕਾਰ ਮੱਚੀ ਹੋਈ ਹੈ ਕਰੋਨਾ ਕਰਕੇ। ਮਿਲ ਕੇ ਹਮਲਾ ਮਾਰਨ ਦੀ ਲੋੜ ਹੈ, ਪਰ ਕੁਝ ਜਗ੍ਹਾ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ। ਜੀ ਸਵਲੀਨ ਜੀ, ਉੱਦਾਂ ਪੰਜਾਬੀ ਲੋਕ ਬਹੁਤ ਸਾਰੇ ਚੰਗੇ ਹੋਸਟ ਮੰਨੇ ਜਾਂਦੇ ਨੇ। ਲੋਕਾਂ ਦੇ, ਦੂਜਿਆਂ ਦੇ ਕੰਮ ਆਉਣ ਵਾਲੀ ਕੌਮ ਵੱਡੇ ਤੌਰ ਤੇ ਮੰਨੀ ਜਾਂਦੀ। ਖਾਸ ਤੌਰ ਤੇ ਸਾਡਾ ਸਿੱਖ ਭਾਈਚਾਰਾ ਜਿਹੜਾ ਹੈ ਉਹ ਲੰਗਰ ਲਾਉਣ ਲਈ, ਹਰ ਚੀਜ਼ ਲੋਕਾਂ ਨੂੰ ਫ੍ਰੀ ਵੰਡਣ ਲਈ ਇਹ ਮੰਨੇ ਜਾਂਦੇ ਨੇ। ਜੀ। ਅਸੀਂ ਅਕਸਰ ਦੇਖਦੇ ਹਾਂ ਕਿ ਲੰਗਰ ਤੋਂ ਪਹਿਲਾਂ ਸਾਡਾ ਭਾਵ ਸਿਰਫ ਪੰਗਤ 'ਚ ਬੈਠ ਕੇ ਭੋਜਨ ਛਕਣ ਤੋਂ ਹੁੰਦਾ ਸੀ, ਪਰ ਕੋਈ ਐਸੀ ਚੀਜ਼ ਛੱਡੀ ਨਹੀਂ ਜਿਹੜੀ ਆਪਾਂ ਫ੍ਰੀ ਨਹੀਂ ਵੰਡੀ ਲੋਕਾਂ ਨੂੰ। ਚਾਹੇ ਉਹ ਕਿਸਾਨ ਅੰਦੋਲਨ ਦੇ ਦੌਰਾਨ ਕੱਪੜੇ ਵੰਡਣ ਦੀ ਗੱਲ ਹੋਵੇ, ਚਾਹੇ ਟੈਂਟ ਵੰਡਣ ਦੀ ਗੱਲ ਹੋਵੇ, ਚਾਹੇ ਉਹ ਸਲੀਪਿੰਗ ਬੈਗਸ ਦੀ ਗੱਲ ਸੀ, ਚਾਹੇ ਫਿਰ ਹੁਣ ਆਕਸੀਜਨ ਤੱਕ ਗੱਲ ਪਹੁੰਚੀ ਆ। ਈਵਨ ਆਕਸੀਜਨ ਕਨਸੈਂਟਰੇਟਰ ਜਿਹੜੀਆਂ ਬਹੁਤ ਮਹਿੰਗੀਆਂ ਮਸ਼ੀਨਾਂ ਨੇ ਉਹ ਵੀ ਇਹਨਾਂ ਨੇ ਵੰਡੀਆਂ ਨੇ। ਜਿੰਨੇ ਇੱਕ ਚੈਰੀਟੇਬਲ ਹਸਪੀਟਲ, ਜਿੰਨੇ ਇੱਕ ਅੱਖਾਂ ਦੇ ਕੈਂਪ ਪੰਜਾਬ 'ਚ ਲੱਗਦੇ ਆ ਤੇ ਹਸਪੀਟਲ ਚੱਲ ਰਹੇ ਆ, ਮੈਨੂੰ ਲੱਗਦਾ ਨਹੀਂ ਹੋਰ ਕਿਤੇ ਚੱਲਦੇ ਹੋਣਗੇ। ਤੇ ਜੇ ਕਿਤੇ ਬਾਹਰ ਚੱਲਦੇ ਵੀ ਨਹੀਂ ਤਾਂ ਉਹ ਪੰਜਾਬੀ ਲੋਕ ਹੀ ਉਸ ਚੀਜ਼ ਨੂੰ ਕਰਾ ਰਹੇ ਨੇ। ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕਾ ਕਿ ਬਹੁਤ ਚੰਗੇ ਸੁਭਾਅ ਦੇ ਲੋਕ ਨੇ, ਹਾਲਾਂਕਿ ਬਹੁਤ ਸਾਰੀਆਂ ਔਣਤਾਂ ਵੀ ਨੇ, ਕਮੀਆਂ ਵੀ ਨੇ, ਸਾਈਡ ਬਾਏ ਸਾਈਡ ਚੱਲਦਾ ਰਹਿੰਦੀ ਹੈ ਸਾਰੀ ਗੱਲ। ਜਿੱਦਾਂ ਤੁਸੀਂ ਦੱਸੀ ਆ ਕਿ ਇਨਸਾਨੀਅਤ ਸ਼ਰਮਸਾਰ ਹੁੰਦੀ ਆ। ਬਹੁਤ ਘਟਨਾਵਾਂ ਇਦਾਂ ਦੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਕਿਸੇ ਨੇ ਆਪਣੇ ਮਾਂ-ਬਾਪ ਦੀ ਲਾਸ਼ ਲੈਣ ਤੋਂ ਹੀ ਇਨਕਾਰ ਕਰ ਦਿੱਤਾ, ਕਿਸੇ ਨੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਤੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਤੇ ਕੱਲ ਹੀ ਇੱਕ ਗੱਲ ਸੀਗੀ ਕਿ ਗੁੜਗਾਉਂ ਤੋਂ ਸ਼ਾਇਦ ਲੁਧਿਆਣੇ ਆਉਣਾ ਸੀ ਕਿਸੇ ਐਂਬੂਲੈਂਸ ਨੇ ਤੇ ਸਵਾ ਲੱਖ ਰੁਪਏ ਉਹਨਾਂ ਨੇ ਬਿੱਲ ਬਣਾ ਦਿੱਤਾ। ਸੋ ਬਹੁਤ ਅਜੀਬੋ ਗਰੀਬ ਘਟਨਾਵਾਂ ਨੇ। ਲੋਕਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਜਿਹੜੇ ਮਰ ਗਏ ਨੇ ਉਹ ਇੱਥੇ ਸਾਰਾ ਕੁਝ ਛੱਡ ਕੇ ਜਾ ਰਹੇ ਨੇ ਜੀ। ਤੇ ਜੇ ਤੁਸੀਂ ਇਸ ਸਮੱਸਿਆ ਤੋਂ ਬਚੇ ਹੋਏ ਹੋ, ਹਾਲੇ ਤੱਕ ਤੁਹਾਡੇ ਤੇ ਇਸ ਬਿਮਾਰੀ ਦਾ ਪ੍ਰਭਾਵ ਨਹੀਂ ਹੈ, ਤੁਸੀਂ ਕਿਸੇ ਮਨੁੱਖ ਦੀ ਕੰਮ ਆ ਸਕਦੇ ਹੋ, ਕਿਸੇ ਦੇ ਸਾਹ ਤੁਹਾਡੇ ਕਰਕੇ ਬਚ ਸਕਦੇ ਨੇ। ਤੇ ਇਹ ਚੰਦ ਰੁਪਈਏ ਜਿਹੜੇ ਨੇ ਇਹ ਜ਼ਰੂਰੀ ਨੇ, ਨੋਟ, ਇਸ ਵਿੱਚ ਕੋਈ ਸ਼ੱਕ ਨਹੀਂ ਜੀ। ਗੱਡੀ ਦੇ ਵਿੱਚ ਤੇਲ ਪੈਣਾ ਹੈ, ਉਹਦੇ ਵਿੱਚ ਜੇ ਕੋਈ ਕੱਲ ਪ੍ਰੋਬਲਮ ਆਉਂਦੀ ਹੈ, ਉਹਦੀ ਰਿਪੇਅਰ ਹੋਣੀ ਹੈ, ਉਹਦੇ ਕਾਗਜ਼ ਪੱਤਰ ਬਣਨੇ ਹਨ, ਉਹਦੇ ਲਈ ਸਰਕਾਰ ਨੂੰ ਟੈਕਸ ਵੀ ਦੇਣਾ ਹੈ। ਪਰ ਫਿਰ ਵੀ ਜਿੰਨੇ ਕੁ ਜਾਇਜ਼ ਨੇ, ਜਿੰਨਾ ਕੁ ਠੀਕ ਆ, ਜਿਹੜੀ ਗੁਰੂ ਸਾਹਿਬ ਨੇ ਫਿਲਾਸਫੀ ਬਣਾਈ ਸੀ ਦਸਵੰਧ ਵਾਲੀ, ਉਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਆਪਣੇ ਮੱਦੇ ਨਜ਼ਰ ਰੱਖਦੇ ਹੋਏ ਜ਼ਿੰਦਗੀ ਨੂੰ ਚੱਲਣ ਦੇਣਾ ਚਾਹੀਦਾ ਹੈ। ਜਿਹੜੀ ਤੁਸੀਂ ਗੱਲ ਕੀਤੀ ਰਲ ਕੇ ਹੰਭਲਾ ਮਾਰਨ ਵਾਲੀ, ਜੇ ਅਸੀਂ ਇਸ ਸਿਧਾਂਤ ਨਾਲ ਚੱਲੀਏ ਤੇ ਬਿਮਾਰੀ ਤੇ ਹੈ, ਪਰ ਉਹਦੇ 'ਚ ਬਹੁਤ ਸਾਰੇ ਲੋਕਾਂ ਦੀ ਜਿਹੜੀ ਸਮੱਸਿਆ ਆ ਉਹਦਾ ਹੱਲ ਅਸੀਂ ਮਿਲ ਕੇ ਹੀ ਕਰ ਸਕਦੇ। ਬਹੁਤ ਸਾਰੀਆਂ ਚੀਜ਼ਾਂ ਲਈ ਸਰਕਾਰ ਵੱਲ ਦੇਖਣ ਦੀ ਫੇਰ ਲੋੜ ਨਹੀਂ ਪਵੇਗੀ ਜੇ ਅਸੀਂ ਮਿਲ ਕੇ ਇੱਕ ਦੂਸਰੇ ਦੀ ਮਦਦ ਕਰੀਏ। ਤੁਸੀਂ ਦੇਖਿਆ ਸੀ ਜਦੋਂ ਇਹ ਬਿਮਾਰੀ ਸ਼ੁਰੂ ਹੋਈ ਸੀ ਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰਾ ਅਨਾਜ, ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ, ਕੱਪੜੇ, ਦੁੱਧ, ਦਵਾਈਆਂ, ਜੋ ਹੋ ਸਕਦਾ ਸੀ ਉਹ ਲੋਕਾਂ ਲਈ ਵੰਡਿਆ। ਤੇ ਜਿਹੜੀ ਸਮੱਸਿਆ ਆ, ਜਦੋਂ ਅਸੀਂ ਕਹਿੰਦੇ ਆ ਕਿ ਦੁੱਖ ਵੰਡਣ ਨਾਲ ਘਟਦਾ ਹੈ, ਜੇ ਇੱਕ ਦੂਸਰੇ ਦੀ ਤੁਸੀਂ ਕਿਸੇ ਦੀ ਮਦਦ ਕਰਦੇ ਆ ਲੋੜ ਵੇਲੇ ਤੇ ਉਹ ਇੱਕ ਚੰਗੀ ਗੱਲ ਆ। ਬਿਮਾਰੀ ਤੋਂ ਬਚਾਅ ਡਾਕਟਰ ਕਰਨਗੇ, ਪਰ ਜੇ ਅਸੀਂ ਇਨਸਾਨੀਅਤ ਦੇ ਵਿੱਚ ਕਿਸੇ ਦੂਸਰੇ ਨੂੰ ਉਸ ਔਖੇ ਟਾਈਮ ਤੇ ਮੋਰਲ ਸਪੋਰਟ ਵੀ ਦਿੰਨੇ ਆ ਤੇ ਉਹ ਇੱਕ ਵੱਡੀ ਗੱਲ ਹੈ। ਜੀ। ਮਿਲ ਕੇ ਹੰਭਲਾ ਮਾਰਨ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਤੇ ਸਰਕਾਰ ਨੂੰ ਕਿਹਾ ਆ ਕਿ ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਆ। ਜੇ ਆਕਸੀਜਨ ਬੈੱਡ ਲਿਜਾਣ 'ਚ ਜਾਂ ਦਵਾਈਆਂ ਕਿਤੇ ਲਿਜਾਣ 'ਚ, ਟਰਾਂਸਪੋਰਟ ਦੀ ਤੁਹਾਨੂੰ ਹੈਲਪ ਚਾਹੀਦੀ ਹੈ ਤੇ ਅਸੀਂ ਆਪਣਾ ਤੇਲ ਪਾ ਕੇ ਟਰੈਕਟਰ ਟਰਾਲੀਆਂ ਤੇ ਤੁਹਾਡੀ ਮਦਦ ਕਰਨ ਲਈ ਤਿਆਰ ਆ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕਿਸਾਨ ਵੀ ਪੰਜਾਬ ਦੇ ਲੋਕ ਨੇ, ਉਹ ਇਸੇ ਸਰਜ਼ਮੀਨ ਦੇ ਬੰਦੇ ਨੇ, ਇੱਥੇ ਹੀ ਉਹ ਖੇਤੀ ਕਰਦੇ ਨੇ, ਇੱਥੇ ਹੀ ਉਹਨਾਂ ਦੇ ਸਾਰੇ ਦਾਰੋਮਦਾਰ ਜੁੜੇ ਹੋਏ ਨੇ। ਜੇ ਉਹਨਾਂ ਤੇ ਇੱਕ ਸਮੱਸਿਆ ਹੈ, ਉਹ ਇੱਕ ਵਿਰੋਧ ਪ੍ਰਦਰਸ਼ਨ 'ਚ ਬੈਠੇ ਨੇ, ਤੇ ਫਿਰ ਉਹ ਗੈਰ ਮੁਲਕੀ ਤਾਂ ਨਹੀਂ ਹੈਗੇ, ਉਹ ਤੁਹਾਡੇ ਨਾਲ ਹਰ ਵੇਲੇ ਖੜੇ ਨੇ। ਅਸੀਂ ਇਸੇ
ਕਿਉਂਕਿ ਉਹ ਇਸ ਮੁਲਕ ਦੇ ਨੇ, ਇਹਨਾਂ ਦੀਆਂ ਸਮੱਸਿਆਵਾਂ ਇੱਥੇ ਨੇ, ਇਹਨਾਂ ਲੋਕਾਂ ਨਾਲ ਉਹਨਾਂ ਦਾ ਵਾਹ ਵਾਸਤਾ ਰੋਜ਼ ਹੈ, ਇਸੇ ਕਰਕੇ ਲੋਕ ਵੀ ਤੇ ਉਹਨਾਂ ਦਾ ਸਮਰਥਨ ਕਰਦੇ ਨੇ। ਤੇ ਚੜੂਨੀ ਸਾਹਿਬ ਨੇ ਕਿਹਾ ਹੈ, ਜਾਂ ਸਾਰੇ ਵੱਖਰੇ ਵੱਖਰੇ ਲੀਡਰ ਨੇ ਬਹੁਤ ਮੌਕੇ ਤੇ ਕਿਹਾ ਹੈ ਕਿ ਅਸੀਂ ਉਹਨਾਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਲੋਕਾਂ ਦੀ ਮਦਦ ਕਰਾਂਗੇ ਜਿੱਥੇ ਉਹਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਦਿੱਲੀ ਬਾਰਡਰਸ ਤੇ। ਬਹੁਤ ਲੀਡਰਾਂ ਨੇ ਇਹ ਗੱਲ ਸਟੇਜ ਤੋਂ ਵੀ ਕਹੀ ਹੈ ਤੇ ਬਹੁਤ ਸਾਰੇ ਚੈਨਲਸ ਨੂੰ ਵੀ ਕਹੀ ਹੈ ਕਿ ਜੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਸਮੱਸਿਆ ਹੈ, ਚਾਹੇ ਉਹ ਕੋਵਿਡ ਦੀ ਹੈ ਚਾਹੇ ਉਹ ਹੋਰ ਤਰ੍ਹਾਂ ਦੀ ਹੈ, ਤੇ ਅਸੀਂ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਹਾਂ। ਸ਼ਰਮਾ ਜੀ, ਆਸਟ੍ਰੇਲੀਆ ਨੇ ਵੀ ਭਾਰਤ ਜਿਹੜੇ ਉਹਨਾਂ ਦੇ ਨਾਗਰਿਕ ਫਸ ਗਏ ਨੇ ਉਹਨਾਂ ਤੇ ਲੱਗੀਆਂ ਪਾਬੰਦੀਆਂ ਹਟਾਤੀਆਂ ਨੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋ ਅਜਿਹੇ ਮੁਲਕ ਸੀ ਜਿਨ੍ਹਾਂ ਨੇ ਕੋਵਿਡ ਦਾ ਬਹੁਤ ਹੀ ਸਿਆਣਪ ਨਾਲ, ਬਹੁਤ ਹੀ ਸੂਝਵਾਨ ਤਰੀਕੇ ਨਾਲ ਮੁਕਾਬਲਾ ਕੀਤਾ ਹੈ ਤੇ ਉਹ ਇਸ ਅਲਾਮਤ ਤੋਂ ਲਗਭਗ ਹਾਲ ਦੀ ਘੜੀ ਬਾਹਰ ਹਨ। ਜੇ ਉੱਥੇ ਕੇਸ ਨੇ ਤਾਂ ਉਹ ਬਿਲਕੁਲ ਗਿਣਤੀ ਦੇ ਨੇ, ਇੱਕਾ ਦੁੱਕਾ ਜਿਹਨੂੰ ਤੁਸੀਂ ਕਹਿ ਸਕਦੇ ਹੋ, ਆਟੇ 'ਚ ਲੂਣ ਤੋਂ ਵੀ ਘੱਟ ਨੇ। ਸਿਡਨੀ ਸ਼ਹਿਰ ਦੀ ਸ਼ਾਇਦ ਗੱਲ ਕਰਦੇ ਸੀ ਤੇ ਇੱਕ ਕੇਸ ਆ ਜਾਂ ਕਿਤੇ ਦੋ ਕੇਸ ਨੇ, ਜੇ ਕਿਤੇ ਇੱਕ ਦੋ ਕੇਸ ਵੀ ਆਉਂਦੇ ਨੇ ਤੇ ਉਹ ਵੀ ਉਹ ਕੇਸ ਨੇ ਜਿਹੜੇ ਬਾਹਰੋਂ ਆਉਂਦੇ ਨੇ। ਤੇ ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਸਵਲੀਨ ਜੀ ਆਪਣੀਆਂ ਜਿਹੜੀਆਂ ਅੰਤਰਰਾਸ਼ਟਰੀ ਸਰਹੱਦਾਂ ਆ, ਫਲਾਈਟਸ ਆ, ਉਹ ਬੰਦ ਕੀਤੀਆਂ ਹੋਈਆਂ। 15 ਕੁ ਦਿਨ ਪਹਿਲਾਂ ਹੀ ਉਹਨਾਂ ਨੇ ਆਪਸ ਦੇ ਵਿੱਚ ਦੋਨਾਂ ਦੇਸ਼ਾਂ ਦੀ ਜਿਹੜੀ ਆ ਹਵਾਈ ਸੇਵਾ ਆ ਬਹਾਲ ਕੀਤੀ ਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ। ਪਰ ਅੱਜ ਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਬੋਲ ਰਹੇ ਸੀ ਕਿ ਕਿਉਂਕਿ ਭਾਰਤ ਵਿੱਚ ਬਹੁਤ ਸਾਰੇ ਲੋਕ ਭਾਰਤ ਤੋਂ ਉੱਥੇ ਗਏ ਹੋਏ ਨੇ ਜਿਹੜੇ ਸਿਟੀਜ਼ਨ ਨੇ, ਪਰ ਉਹ ਇੱਥੇ ਆਏ ਹੋਏ ਸੀ ਕਿਸੇ ਕਾਰਨ ਫਸ ਗਏ ਨੇ। ਹੁਣ ਉਹਨਾਂ ਨੂੰ ਲਿਜਾਣ ਲਈ ਉਹਨਾਂ ਨੇ ਕੁਝ ਵਿਸ਼ੇਸ਼ ਉਡਾਨਾਂ ਦਾ ਪ੍ਰਬੰਧ ਕੀਤਾ ਹੈ ਜਿਹਦੇ ਤਹਿਤ ਉਹਨਾਂ ਨੇ ਹਾਲੇ ਤਾਂ 3 ਉਡਾਨਾਂ ਦੀ ਗੱਲ ਕੀਤੀ ਜਿਹੜੀਆਂ 15 ਮਈ ਤੱਕ ਜਾਣਗੀਆਂ। ਤੇ ਇੱਕ ਅੰਕੜੇ ਉਹਨਾਂ ਨੇ ਦੱਸਿਆ ਕਿ 9,000 ਆਸਟ੍ਰੇਲੀਆ ਦੇ ਜਿਹੜੇ ਲੋਕ ਨੇ, ਉਹ ਸਿਟੀਜ਼ਨ ਨੇ, ਨਾਗਰਿਕ ਨੇ, ਭਾਵੇਂ ਉਹ ਜਨਮ ਇੱਥੋਂ ਦਾ ਹੈ ਉਹਨਾਂ ਦਾ, ਬਹੁਤੇ ਲੋਕਾਂ ਦਾ, ਚਾਹੇ ਉਹ ਸਟੱਡੀ ਲਈ ਗਏ ਨੇ ਜਾਂ ਬਿਜ਼ਨਸ ਲਈ ਗਏ ਨੇ ਜਾਂ ਜਿਹੜੇ ਸਟੱਡੀ ਲਈ ਗਏ ਨੇ ਉਹਨਾਂ ਦੇ ਪੇਰੈਂਟਸ ਨੇ। ਤੇ ਹੁਣ ਉਹਨਾਂ ਨੂੰ ਲਿਜਾਣ ਲਈ ਉਹਨਾਂ ਨੇ 3 ਦੇ ਕਰੀਬ ਫਲਾਈਟਸ, ਚਾਰਟਰਡ ਫਲਾਈਟਸ ਜਿਹੜੀਆਂ ਵਿਸ਼ੇਸ਼ ਉਡਾਨਾਂ ਉਹਨਾਂ ਦੀ ਗੱਲ ਕੀਤੀ ਹੈ, ਲੈ ਕੇ ਆਪਣੇ ਨਾਗਰਿਕਾਂ ਨੂੰ ਉਹ ਲੈ ਕੇ ਜਾਣਗੇ ਉੱਥੇ। ਦੇਖੋ, ਚੰਗੇ ਮੁਲਕ ਨੇ, ਉਹਨਾਂ ਦਾ ਚੰਗਾ ਸਿਸਟਮ ਹੈ, ਕਾਫੀ ਦੇਰ ਉਹਨਾਂ ਨੇ ਇਹਨੂੰ ਰੋਕੀ ਰੱਖਿਆ ਹੈ। ਫਿਰ ਜਦੋਂ ਨਜ਼ਰ ਆਇਆ ਉਹਨਾਂ ਨੂੰ ਕਿ ਹੁਣ ਸਿਸਟਮ ਠੀਕ ਹੈ ਤੇ ਉਹਨਾਂ ਨੇ ਇਸ ਕੰਮ ਲਈ ਇਸ ਕੰਮ ਲਈ ਸਾਹਮਣੇ ਆਏ ਨੇ, ਗੱਲਬਾਤ ਕੀਤੀ ਹੈ ਤੇ ਉਹਦਾ ਸਿਸਟਮ ਇੱਕ ਬਣਾ ਲਿਆ ਹੈ। ਸਾਡੇ ਨਹੀਂ ਹੈਗਾ ਕਿ ਵੋਟਾਂ ਪੈ ਰਹੀਆਂ ਤੇ ਪਹਿਲਾਂ ਵੋਟਾਂ ਪਾ ਲਈਏ, ਬਾਅਦ ਵਿੱਚ। ਉਹਨਾਂ ਨੇ ਪਹਿਲਾਂ ਉਧਰ ਪ੍ਰਬੰਧ ਕੀਤੇ ਇਹਨਾਂ ਨੂੰ ਸੱਦਣ ਦੇ, ਜਿੱਥੇ ਇਹਨਾਂ ਨੂੰ ਕੁਆਰੰਟਾਈਨ ਕਰਨਾ, ਬੈੱਡ ਅਰੇਂਜ ਕੀਤੇ, ਦੈਨ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਤੁਹਾਨੂੰ ਲੈ ਕੇ ਜਾਣਾ। ਇਹਨੂੰ ਸਿਸਟਮ ਕਹਿੰਦੇ ਨੇ। ਬਿਲਕੁਲ। ਸ਼ਰਮਾ ਜੀ, ਸੋਨੀਆ ਗਾਂਧੀ ਬੜੇ ਚਿਰ ਦੀ ਚੁੱਪ ਬੈਠੀ ਸੀ ਤੇ ਹੁਣ ਫਿਰ ਉੱਠ ਕੇ ਪੀਐਮ ਮੋਦੀ ਤੇ ਉਹਨਾਂ ਨੇ ਵਾਰ ਕਰਤਾ। ਕੀ ਕਹਿਣਾ ਚਾਹੁੰਦੇ ਹੋ? ਪਰ ਸਵਲੀਨ ਜੀ, ਸੋਨੀਆ ਗਾਂਧੀ ਜਦੋਂ ਗੱਲ ਕਰਦੇ ਤਾਂ ਸਾਨੂੰ ਗਾਂਧੀ ਪਰਿਵਾਰ ਦੀ ਗੱਲ ਯਾਦ ਆਉਂਦੀ ਹੈ ਤੇ ਬਹੁਤ ਸਾਰਾ ਪਿੱਛੇ ਚਾਹੀਏ ਤੇ ਕਾਂਗਰਸ ਦੀ ਗੱਲ ਅਸੀਂ ਕਰਦੇ ਹਾਂ। 150 ਸਾਲ ਪੁਰਾਣੀ ਭਾਰਤ ਦੀ ਇੱਕ ਰਾਜਨੀਤਿਕ ਪਾਰਟੀ ਹੈ। ਆਜ਼ਾਦੀ ਤੋਂ ਬਾਅਦ, ਆਜ਼ਾਦੀ ਤੋਂ ਪਹਿਲਾਂ ਲੰਬਾ ਸਮਾਂ ਇਹਨਾਂ ਨੇ ਭਾਰਤ ਨੂੰ ਆਪਣੇ ਤਰੀਕੇ ਨਾਲ ਚਲਾਇਆ ਹੈ, ਰਾਜ ਵੀ ਕੀਤਾ ਹੈ, ਜਿਹਨੂੰ ਅਸੀਂ ਲੋਕਤੰਤਰ ਦੇ ਵਿੱਚ ਰਾਜ ਤਾਂ ਨਹੀਂ ਕਹਿ ਸਕਦੇ, ਪਰ ਸਰਕਾਰ ਇਸ ਪਾਰਟੀ ਦੀ ਜਿਹੜੀ ਉਹ ਬਣਦੀ ਰਹੀ ਹੈ। ਤੇ ਇੱਕ ਸਮਾਂ ਆਇਆ ਸੀਗਾ ਰਾਜੀਵ ਗਾਂਧੀ ਤੋਂ ਬਾਅਦ ਜਦੋਂ ਖਲਾਅ ਦੀ ਸਥਿਤੀ ਆਈ ਤੇ ਬਹੁਤ ਸਾਰੇ ਐਸੇ ਲੋਕ ਸਾਹਮਣੇ ਆਏ ਜਿਨ੍ਹਾਂ ਦਾ ਬਹੁਤ ਲੰਬਾ ਤਜਰਬਾ ਸੀ ਕਾਂਗਰਸ ਦੇ ਵਿੱਚ। ਸੀਤਾਰਾਮ ਕੇਸਰੀ ਵਰਗੇ ਲੋਕ ਪ੍ਰਧਾਨ ਬਣੇ ਤੇ ਉਦੋਂ ਪੀਏ ਸੰਗਮਾ ਤੇ ਸ਼ਰਦ ਪਵਾਰ ਮਹਾਰਾਸ਼ਟਰ ਤੋਂ ਛੱਡ ਕੇ ਵੀ ਗਏ ਇਸ ਪਾਰਟੀ ਨੂੰ। ਫਿਰ ਇੱਕ ਵਿਦੇਸ਼ੀ ਔਰਤ ਨੇ ਇਸ ਪਾਰਟੀ ਨੂੰ ਸੰਭਾਲਿਆ। ਰਾਜੀਵ ਗਾਂਧੀ ਦੀ ਮੌਤ ਤੋਂ ਪਹਿਲਾਂ, ਜਦੋਂ ਇੰਦਰਾ ਗਾਂਧੀ ਦੀ ਮੌਤ ਹੁੰਦੀ ਹੈ ਤਾਂ ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਨੂੰ ਕਿਹਾ ਸੀ ਕਿ ਅਸੀਂ ਰਾਜਨੀਤੀ ਤੋਂ ਕੁਝ ਨਹੀਂ ਲੈਣਾ, ਤੁਸੀਂ ਇਸ ਤੋਂ ਬਾਹਰ ਹੋ ਤੇ ਬਾਹਰ ਹੀ ਰਹੋ। ਪਰ ਉਹਨੂੰ ਆਪਣੀ ਵਿਰਾਸਤ ਕਰਕੇ, ਆਪਣੀ ਪਾਰਟੀ ਦੇ ਲੋਕਾਂ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਬਣਨਾ ਪਿਆ। ਤੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਬਹੁਤ ਲੰਬੀ ਸਮੇਂ ਤੱਕ ਚੁੱਪ ਰਹੇ ਤੇ ਰਾਜਨੀਤੀ ਤੋਂ ਬਾਹਰ ਰਹੇ। ਕਿਹਾ ਜਾਂਦਾ ਕਿ ਇਹਨਾਂ ਨੇ ਬਹੁਤ ਸਿੱਖਿਆ ਰਾਜਨੀਤੀ ਨੂੰ, ਬਹੁਤ ਲੋਕਾਂ ਦੀ ਸੰਪਰਕ 'ਚ ਰਹੇ ਤੇ ਬਹੁਤ ਚੰਗੀ ਤਰੀਕੇ ਨਾਲ ਰਾਜਨੀਤੀ ਨੂੰ ਸਮਝਿਆ। ਤੇ ਫਿਰ ਇੱਕ ਸਮੇਂ ਤੋਂ ਬਾਅਦ ਮੁੜ ਕੇ ਸਰਕਾਰ ਬਣਾਈ ਤੇ 2 ਵਾਰ ਉਸ ਸਰਕਾਰ ਨੂੰ ਭਲੀ ਭਾਂਤ ਚਲਾਇਆ ਵੀ। ਪਰ ਹੁਣ ਕੁਝ ਉਮਰ ਦੀ ਗੱਲ ਵੀ ਹੈ, ਕੁਝ ਸਿਹਤ ਦੇ ਕਾਰਨ ਵੀ ਨੇ ਤੇ ਬਹੁਤੇ ਕਰਕੇ ਉਹ ਜਿਹੜੇ ਨੇ ਬਹੁਤ ਘੱਟ ਮੀਡੀਆ ਦੇ ਵਿੱਚ ਜਾਂ ਸਾਹਮਣੇ ਆਉਂਦੇ ਨੇ। ਸ਼ਾਇਦ ਸਿਹਤ ਦੀਆਂ ਕੁਝ ਸਮੱਸਿਆਵਾਂ ਹੋਣਗੀਆਂ। ਰਾਹੁਲ ਗਾਂਧੀ ਨੂੰ ਉਹਨਾਂ ਨੇ ਇਸ ਕੰਮ ਲਈ ਸਾਹਮਣੇ ਲੈ ਕੇ ਆਂਦਾ ਸੀਗਾ, ਪਰ ਜਿੰਨੀਆਂ ਕੁ ਵੀ ਇਲੈਕਸ਼ਨਸ ਕਾਂਗਰਸ ਨੇ ਉਹਨਾਂ ਦੇ ਨੇਤਰਤਵ ਵਿੱਚ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ, ਉਹਨਾਂ ਦੇ ਰਹਿਨੁਮਾਈ ਦੇ ਵਿੱਚ ਲੜੀਆਂ, ਉੱਥੇ ਬਹੁਤੀ ਸਫਲਤਾ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ। ਜਿੱਥੇ ਕਿਤੇ ਹੋਈ ਵੀ ਆ ਉੱਥੇ ਸਫਲਤਾ ਦੀ ਵਜ੍ਹਾ ਉਹ ਆਪ ਨਹੀਂ ਸਨ। ਜੇ ਅਸੀਂ ਮੱਧ ਪ੍ਰਦੇਸ਼ ਦੀ, ਰਾਜਸਥਾਨ ਦੀ ਜਾਂ ਪੰਜਾਬ ਦੀ ਗੱਲ ਕਰਦੇ ਹਾਂ, ਉੱਥੇ ਹੋਰ ਚਿਹਰੇ ਤੇ ਹੋਰ ਕਾਰਨ ਸਨ ਜਿਹਦੇ ਕਰਕੇ ਕਾਂਗਰਸ ਉੱਭਰ ਕੇ ਸਾਹਮਣੇ ਆਈ। ਤੇ ਕੋਵਿਡ ਦਾ ਦੌਰ ਆ, ਹਰ ਲੀਡਰ ਦਾ ਫਰਜ਼ ਵੀ ਆ ਕਿ ਉਹ ਸਰਕਾਰ ਨੂੰ ਆਪਣੀ ਗੱਲ ਦੱਸੇ, ਆਪਣੇ ਜਿਹੜੇ ਵਿਅਕਤੀਗਤ ਨਿਰਣੇ ਆ ਜਾਂ ਆਪਣੇ ਉਹਨਾਂ ਦੇ ਵਿਚਾਰ ਆ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਆ ਤੇ ਉਹਨਾਂ ਨੇ ਦੱਸੇ ਵੀ ਆ। ਹੁਣ ਉਹਨਾਂ ਨੇ ਇਹ ਗੱਲ ਕੱਲ ਇੱਕ ਬਿਆਨ ਵਿੱਚ ਦੱਸੀ ਆ ਸੋਨੀਆ ਗਾਂਧੀ ਨੇ ਕਿ ਭਾਰਤ ਦੇ ਵਿੱਚ ਸਿਸਟਮ ਫੇਲ ਨਹੀਂ ਹੋਇਆ, ਸਰਕਾਰ ਫੇਲ ਹੋਈ ਹੈ। ਬਿਲਕੁਲ ਮੈਂ ਉਹਨਾਂ ਦੀ ਗੱਲ ਤੋਂ ਸਹਿਮਤ ਹਾਂ ਕਿ ਸਿਸਟਮ ਜਿਹੜਾ ਆ ਇੱਕ ਬਣੀ ਹੋਈ ਚੀਜ਼ ਹੈ, ਇੱਕ ਤੰਤਰ ਹੈ, ਉਹਦੇ ਵਿੱਚ ਕੁਝ ਲੋਕ ਐਗਜ਼ੀਕਿਊਟ ਕਰਦੇ ਨੇ ਉਹਨੂੰ, ਤੇ ਉਹਨੂੰ ਐਗਜ਼ੀਕਿਊਟ ਕਰਵਾਉਣਾ ਸਰਕਾਰ ਨੇ, ਕਿਉਂਕਿ ਸਰਵੇ ਸਰਵਾ ਜਿਹੜੀ ਗਵਰਨਿੰਗ ਬੋਡੀ ਆ ਉਹ ਗਵਰਨਮੈਂਟ ਆ। ਤੇ ਸਰਕਾਰ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੈਗਾ ਕਿ ਸਰਕਾਰ ਜਿਹੜੀ ਆ ਉਹ ਇਸ ਕੰਮ ਦੇ ਵਿੱਚ, ਇਸ ਬਿਮਾਰੀ ਦੇ ਨਾਲ ਲੜਨ ਤੋਂ ਅਸਮਰੱਥ ਰਹੀ ਆ। ਤੇ ਹੁਣ ਜੋ ਹਾਲਾਤ ਆ, ਜਿੱਦਾਂ ਅਸੀਂ ਰੋਜ਼ ਇਸ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਅਖਬਾਰਾਂ 'ਚ ਦੇਖਦੇ ਹਾਂ, ਟੈਲੀਵਿਜ਼ਨ ਤੇ ਦੇਖਦੇ ਹਾਂ, ਸੋਸ਼ਲ ਮੀਡੀਆ ਤੇ ਦੇਖਦੇ ਹਾਂ,
ਹਾਂ ਕਿ ਭਾਰਤ ਦੇ ਵਿੱਚ ਜਿਹੜੀ ਆ ਬਦਹਵਾਸੀ ਦੀ ਸਥਿਤੀ ਫੈਲੀ ਹੋਈ ਹੈ। ਲੋਕ ਪਰੇਸ਼ਾਨ ਨੇ, ਤਰਾਹ ਕਰ ਰਹੇ ਨੇ। ਅਸੀਂ ਹੁਣੇ ਗੱਲ ਕੀਤੀ ਆ ਕਿ ਅੰਕੜੇ ਕੁਝ ਹੋਰ ਨੇ, ਦੱਸਿਆ ਕੁਝ ਹੋਰ ਜਾ ਰਿਹਾ ਹੈ। ਸ਼ਮਸ਼ਾਨ ਦੀਆਂ ਫੋਟੋਗ੍ਰਾਫ ਸਾਨੂੰ ਨਜ਼ਰ ਆਉਂਦੀਆਂ ਨੇ, ਦੁਨੀਆ ਦੇ ਵੱਡੀਆਂ ਮੈਗਜ਼ੀਨਸ ਨੇ ਇਹ ਫੋਟੋਗ੍ਰਾਫਸ ਲਾਈਆਂ ਨੇ। ਪਰ ਸੋਨੀਆ ਗਾਂਧੀ ਵੀ ਆਪਣੀ ਸਾਰੀ ਜ਼ਿੰਮੇਵਾਰੀ ਤੋਂ ਸਿਰਫ ਇੱਕ ਬਿਆਨ ਦੇਖ ਕੇ ਨਹੀਂ ਬਚ ਸਕਦੀ। ਉਹਨਾਂ ਦੀ ਵਿਰੋਧੀ ਧਿਰ ਦੀ ਜਿਹੜੀ ਜ਼ਿੰਮੇਵਾਰੀ ਹੈ ਲੋਕਤੰਤਰ ਦੇ ਵਿੱਚ, ਉਹ ਬਹੁਤ ਵੱਡੀ ਆ। ਉਹ ਅੱਜ ਇੱਕ ਬਿਆਨ ਦੇ ਕੇ ਜਾਂ ਇਸ ਗੱਲ ਨੂੰ ਕਰਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਉਹਨਾਂ ਦਾ ਆਪਣਾ ਵੀ ਇਹਦੇ 'ਚ ਫਰਜ਼ ਆ। ਉਹ ਆਪਣੀ ਪਾਰਟੀ ਨੂੰ ਇਕੱਠਿਆਂ ਕਰਨ ਤੋਂ ਫੇਲ ਹੋਏ ਆ, ਉਹ ਇਸ ਗੱਲ ਤੋਂ ਨਾਕਾਮਯਾਬ ਰਹੇ ਆ। ਇੰਟਰਮ ਪ੍ਰਧਾਨ ਨੇ, ਪਿਛਲੇ ਬੀਤੇ ਸਮੇਂ ਤੋਂ 150 ਸਾਲ ਪੁਰਾਣੀ ਪਾਰਟੀ ਨੂੰ ਆਪਣਾ ਇੱਕ ਪ੍ਰਧਾਨ ਨਹੀਂ ਮਿਲ ਰਿਹਾ। ਬਹੁਤ ਸਾਰੇ ਐਸੇ ਲੀਡਰ ਨੇ ਜਿਹੜੇ ਉਹਨਾਂ ਤੋਂ ਨਾਰਾਜ਼ ਨੇ, ਪਰ ਪਰਿਵਾਰਵਾਦ ਕਰਕੇ ਉਹ ਇਸ ਫੈਮਿਲੀ ਨੂੰ, ਇਸ ਪਾਰਟੀ ਦੇ ਵਿੱਚ ਆਪਣੀ ਗੱਲ ਜਿਹੜੀ ਆ ਨਹੀਂ ਰੱਖ ਰਹੇ। ਜੇ ਚਾਹੇ ਪੰਜਾਬ ਦੀ ਗੱਲ ਕਰੀਏ, ਚਾਹੇ ਮੱਧ ਪ੍ਰਦੇਸ਼ ਦੀ ਗੱਲ ਕਰੀਏ, ਚਾਹੇ ਰਾਜਸਥਾਨ ਦੀ ਗੱਲ ਕਰੀਏ, ਬੀਤੇ ਸਮੇਂ ਦੇ ਵਿੱਚ ਜੋ ਘਟਨਾਵਾਂ ਹੋਈਆਂ ਉਹਨੂੰ ਸੰਭਾਲਣ ਦੇ ਵਿੱਚ ਏਡੀ ਵੱਡੀ ਪਾਰਟੀ ਦੀ ਏਡੀ ਵੱਡੀ ਲੀਡਰ ਜਿਹੜੀ ਆ ਉਹ ਨਾਕਾਮਯਾਬ ਰਹੀ। ਸੋ ਉਹਨਾਂ ਦਾ ਬਿਆਨ ਆਉਣਾ ਚੰਗੀ ਗੱਲ ਆ, ਪਰ ਉਹਨਾਂ ਨੂੰ ਬਹੁਤ ਤਰੀਕੇ ਨਾਲ ਬੈਠ ਕੇ ਇਸ ਗੱਲ ਨੂੰ ਵਿਚਾਰਨਾ ਚਾਹੀਦਾ ਹੈ ਕਿ ਇਸ ਦੇਸ਼ ਦੇ ਲੋਕਤੰਤਰ ਨੂੰ ਕਿੱਦਾਂ ਬਚਾਇਆ ਜਾ ਸਕਦਾ। ਭਾਵੇਂ ਉਹਨਾਂ ਦੀ ਉਮਰ ਕਾਫੀ ਹੋ ਗਈ ਆ, ਪਰ ਉਹਨਾਂ ਜੇ ਉਹ ਆਪਣੇ ਹੀ ਪਰਿਵਾਰ ਨੂੰ ਦੇਖਣ ਤਾਂ ਉਹਨਾਂ ਦਾ ਇੱਕ ਲੰਬਾ ਇਤਿਹਾਸ ਆ ਇਸ ਪਾਰਟੀ ਦੇ ਵਿੱਚ ਤੇ ਇਸ ਮੁਲਕ ਦੇ ਵਿੱਚ। ਤੇ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਕੀ ਜ਼ਰੂਰੀ ਨਹੀਂ ਆ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਹੀ ਮੂਹਰੇ ਰੱਖਣਾ ਹੈ। ਉਹਦਾ ਕੋਈ ਪਾਰਟੀ ਦੇ ਸਟਰਕਚਰ ਦੇ ਵਿੱਚ ਕੁਝ ਚੇਂਜਸ ਕਰ ਦੇਣੀ ਚਾਹੀਦੀ ਹੈ। ਕੁਝ ਲੋਕਾਂ ਨੂੰ ਮੂਹਰੇ ਲੈ ਕੇ ਆਉਣ। ਕੁਝ ਜ਼ਰੂਰੀ ਨਹੀਂ ਆ ਕਿ ਇੱਕ ਹੀ ਪ੍ਰਧਾਨ ਬਣਾਉਣਾ ਹੈ, 4-5 ਬੰਦਿਆਂ ਦੀ ਇੱਕ ਕਮੇਟੀ ਬਣਾ ਦਿਓ। ਕੁਝ ਸਿਸਟਮ ਨੂੰ ਸੁਧਾਰੋ, ਕੁਝ ਲੋਕਾਂ ਨੂੰ ਆਪਣੇ ਨਾਲ ਜੋੜੋ। ਮਮਤਾ ਬੈਨਰਜੀ ਨੇ ਚੋਣਾਂ ਦੇ ਦੌਰਾਨ ਜਿਹੜੀ ਚਿੱਠੀ ਲਿਖੀ ਸੀ 11-12 ਮੁੱਢਲੇ ਲੋਕਾਂ ਨੂੰ, ਮੁਲਕ ਦੇ ਵੱਡੇ ਲੀਡਰਾਂ ਨੂੰ, ਕਿ ਜੇ ਤੁਸੀਂ ਇਸ ਨਾਨ ਸੈਕੂਲਰ ਗਵਰਨਮੈਂਟ ਦੇ ਨਾਲ, ਜੇ ਇੱਕ ਧਾਰਮਿਕ ਖਿਆਲਾਂ ਵਾਲੀ ਪਾਰਟੀ ਦੇ ਨਾਲ, ਇੱਕ ਖਾਸ ਤੌਰ ਦੀ ਵਿਚਾਰਧਾਰਾ ਵਾਲੀ ਪਾਰਟੀ ਜਿਹੜੀ ਭਾਰਤ ਲਈ ਖਤਰਨਾਕ ਆ ਧਾਰਮਿਕ ਤੌਰ ਤੇ, ਖਾਸ ਤੌਰ ਤੇ ਜਿਹੜੇ ਪੂਰੇ ਦੇ ਪੂਰੇ ਮੁਲਕ ਨੂੰ ਭਗਵਾਂ ਰੰਗ ਵਿੱਚ ਰੰਗਣਾ ਚਾਹੁੰਦੇ ਆ, ਇਸ ਪਾਰਟੀ ਦੇ ਨਾਲ ਜੇ ਤੁਸੀਂ ਜਦੋਜਹਿਦ ਕਰਨੀ ਆ ਤੇ ਸਾਨੂੰ ਇਕੱਠੇ ਹੋ ਕੇ ਸਾਹਮਣੇ ਆਉਣਾ ਪਵੇਗਾ। ਤੇ ਸੋਨੀਆ ਗਾਂਧੀ ਨੂੰ ਚਾਹੀਦਾ ਸੀ ਇਸ ਬਿਆਨ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਉਸ ਚਿੱਠੀ ਦਾ ਜਵਾਬ ਜ਼ਰੂਰ ਦਿੰਦੇ। ਤੇ ਹੋਰ ਵੀ ਬਹੁਤ ਸਾਰੇ ਲੋਕ ਨੇ, ਇਹਨਾਂ ਦੀ ਹਾਲੇ ਵੀ ਵੱਡੀ ਉਹ ਹੈ। ਜੇ ਅੱਜ ਦੀ ਡੇਟ 'ਚ ਦੇਖਿਆ ਜਾਵੇ ਤਾਂ ਉਹ ਸਿਰਫ ਇੰਟਰਮ ਪ੍ਰਧਾਨ ਨੇ ਜਾਂ MP ਨੇ, ਪਰ ਉਹਨਾਂ ਦਾ ਬਿਆਨ ਸਾਰੀਆਂ ਅਖਬਾਰਾਂ ਨੇ ਵੱਡੇ ਰੂਪ 'ਚ ਛਾਪਿਆ। ਸੋ ਜ਼ਰੂਰੀ ਹੈ, ਮੈਂ ਬਹੁਤ ਵਾਰੀ ਗੱਲ ਕਹਿਣਾ ਹਾਂ ਕਿ ਮਜ਼ਬੂਤ ਲੋਕਤੰਤਰ ਦੇ ਵਿੱਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ। ਪਰ ਕਰੋਨਾ ਦੀ ਇੰਨੀ ਵਿਪਤਾ ਵਾਲੀ ਸਥਿਤੀ 'ਚ ਸਿਆਸਤ ਦੀ ਪਰਤ ਚੜਾ ਦੇਣੀ ਸਾਰੀ ਸਥਿਤੀ ਨੂੰ ਕਿੰਨੀ ਕੁ ਜਾਇਜ਼ ਆ? ਦੇਖੋ, ਇਸ ਗੱਲ ਦੇ ਵਿੱਚ ਸਿਆਸਤ, ਫਿਰ ਉਹੀ ਗੱਲ ਹੈ ਸੁਨੀਲ ਜੀ ਕਿ ਸਿਆਸਤ ਤੁਹਾਨੂੰ ਨਹੀਂ ਛੱਡਦੀ, ਤੁਸੀਂ ਸਿਆਸਤ ਨੂੰ ਛੱਡ ਦਿਓ ਚਾਹੇ ਨਾ ਛੱਡ ਦਿਓ। ਅੱਜ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ, ਪੜ੍ਹੇ ਲਿਖੇ ਲੋਕ ਵੀ ਕਹਿੰਦੇ ਆ ਕਰੋਨਾ ਹੈ ਨਹੀਂ। ਉਹ ਇਹ ਗੱਲ ਕਿਸ ਆਧਾਰ ਤੇ ਕਹਿ ਰਹੇ ਨੇ? ਜਦੋਂ ਉਹ ਟੀਵੀ ਦੇ ਉੱਤੇ ਲੀਡਰਾਂ ਨੂੰ ਘੁੰਮਦੇ ਦੇਖਦੇ ਨੇ, ਜਦੋਂ ਉਹ ਚੋਣ ਕਮਿਸ਼ਨ ਦੀ ਗੱਲ ਸੁਣਦੇ ਨੇ, ਜਦੋਂ ਉਹ ਮਾਣਯੋਗ ਹਾਈ ਕੋਰਟ ਦੀਆਂ ਟਿੱਪਣੀਆਂ ਦੇਖਦੇ ਨੇ, ਜਦੋਂ ਉਹ ਰੈਲੀਆਂ ਦੇਖਦੇ ਨੇ, ਫਿਰ ਹੀ ਉਹ ਲੋਕ ਇਹ ਗੱਲ ਤੇ ਸਾਹਮਣੇ ਆਉਂਦੇ ਨੇ ਨਾ ਕਿ ਜੇ ਗ੍ਰਹਿ ਮੰਤਰੀ ਬਿਨਾਂ ਮਾਸਕ ਤੋਂ ਘੁੰਮ ਰਿਹਾ ਹੈ, ਪ੍ਰਧਾਨ ਮੰਤਰੀ ਲੱਖ ਦੀ ਰੈਲੀ ਕਰ ਰਿਹਾ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਚੋਣਾਂ ਨੂੰ ਇੰਜੋਏ ਕੀਤਾ ਜਾ ਰਿਹਾ ਹੈ, ਚੋਣਾਂ ਦੀ ਜਿੱਤ ਨੂੰ ਮਨਾਇਆ ਜਾ ਰਿਹਾ ਹੈ, ਤੇ ਫੇਰ ਹੀ ਉਹ ਲੋਕ ਸਮਝਦੇ ਨੇ ਨਾ ਕਿ ਇਹਨਾਂ ਚੀਜ਼ਾਂ ਨੂੰ ਦੇਖ ਕੇ। ਤੇ ਸਿਆਸਤ ਇਸ ਕਰਕੇ ਹੋ ਰਹੀ ਹੈ ਕਿਉਂਕਿ ਸਿਆਸੀ ਲੋਕ ਜਿਹੜੇ ਨੇ ਉਹ ਸਿਆਸਤ ਕਰ ਰਹੇ ਨੇ। ਬਿਲਕੁਲ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕੋਟਕਪੂਰਾ ਗੋਲੀकांड ਮਾਮਲੇ 'ਚ ਨਵੀਂ ਸਿੱਟ ਦਾ ਗਠਨ ਕੀਤਾ ਗਿਆ ਆ, ਵਿਸਥਾਰ 'ਚ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ। ਬਹੁਤ ਵਾਰ ਅਸੀਂ ਸਵਲੀਨ ਜੀ ਇਸ ਮੁੱਦੇ ਨੂੰ ਵਿਚਾਰਿਆ ਹੈ, ਇਹਦੇ ਤੇ ਬਹੁਤ ਸਾਰੀ ਗੱਲਬਾਤ ਹੋਈ ਹੈ। ਜਦੋਂ ਤੋਂ ਇਹ ਘਟਨਾ ਘਟੀ ਆ ਉਦੋਂ ਤੋਂ ਹੀ ਇਹ ਜਿਹੜੀ ਗੱਲਬਾਤ ਹੈ ਉਹ ਜਾਰੀ ਹੈ। ਅਕਤੂਬਰ 15 ਦੀ ਸ਼ਾਇਦ ਇਹ ਗੱਲਬਾਤ ਹੈ, ਜਦੋਂ ਇੱਕ ਕਹਿ ਰਿਹਾ ਸੀ ਕਿ ਇੱਕ ਸ਼ਾਂਤਮਈ ਭੀੜ ਜਿਹੜੀ ਆ, ਲੋਕ ਬੈਠੇ ਸੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਦੇ ਵਿੱਚ, ਤੇ ਪੁਲਿਸ ਨੇ ਉੱਥੇ ਗੋਲੀ ਚਲਾਈ, ਕੁਝ ਲੋਕਾਂ ਦੀ ਮੌਤ ਹੋਈ। ਉਸ ਤੋਂ ਬਾਅਦ ਬਹੁਤ ਕੁਝ ਹੋਇਆ। ਪੰਜਾਬ ਦੇ DIG ਨੂੰ, DGP ਨੂੰ ਉਹਦੇ ਲਈ ਆਪਣੀ ਨੌਕਰੀ ਛੱਡਣੀ ਪਈ, ਸਰਕਾਰ ਬਦਲੀ, ਸਰਕਾਰ ਨੇ ਵਿਧਾਨ ਸਭਾ 'ਚ ਵਿਸ਼ੇਸ਼ ਸਦਨ ਬੁਲਾਇਆ ਤੇ ਸਹੁੰਆਂ ਖਾਧੀਆਂ ਗਈਆਂ। ਬਹੁਤ ਸਾਰੇ ਲੋਕਾਂ ਨੇ, ਵੱਡੇ ਮਿਨਿਸਟਰਾਂ ਨੇ CM ਸਾਹਿਬ ਤੋਂ ਝੋਲੀਆਂ ਅੱਡ ਕੇ ਇਨਸਾਫ ਦੀ ਮੰਗ ਕੀਤੀ। ਬੜੇ ਡਰਾਮੇ ਅਸੀਂ ਇਸ ਕੇਸ ਦੇ ਵਿੱਚ ਦੇਖੇ। ਤੇ ਬੀਤੇ ਦਿਨੀ ਹਾਈ ਕੋਰਟ ਨੇ ਉਹ ਜਿਹੜੀ ਰਿਪੋਰਟ ਸੀ ਉਹ ਰੱਦ ਕੀਤੀ। ਉਹਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ। ਅਸੀਂ ਉਸ ਵਿਸਤਾਰ 'ਚ ਨਾ ਜਾਈਏ। ਤੇ ਉਦੋਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਜਿਹੜੀ ਤੁਹਾਡੀ ਸਿੱਟ ਆ, ਜਿਹੜੀ ਤੁਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੁੰਵਰ ਵਿਜੇ ਪ੍ਰਤਾਪ ਜੋ AIG ਸੀ ਉਹਨਾਂ ਦੀ ਰਹਿਨੁਮਾਈ 'ਚ ਬਣਾਈ ਸੀ, 3 ਮੈਂਬਰੀ ਸੀ ਜਾਂ 4 ਮੈਂਬਰੀ ਸੀ, ਤੇ ਉਹਨੂੰ ਅਸੀਂ ਰੱਦ ਕਰਦੇ ਹਾਂ ਤੇ ਤੁਸੀਂ ਇੱਕ ਨਵੀਂ
ਸਿੱਟ ਜਿਹੜੀ ਆ ਬਣਾ ਕੇ ਤੇ ਉਹਦਾ ਗਠਨ ਕਰੋ ਤੇ ਉਹ ਤੋਂ ਫਿਰ ਜਾਂਚ ਲਓ ਤੇ ਫਿਰ ਅਸੀਂ ਇਹਨੂੰ ਦੇਖਦੇ ਹਾਂ ਜੀ। ਬਹੁਤ ਸਾਰੀਆਂ ਗੱਲਾਂ ਹੋਈਆਂ, ਲੋਕਾਂ ਨੇ ਕਿਹਾ ਕਿ ਅਸੀਂ ਕਿ ਕੋਰਟ ਨੇ ਜੋ ਉਹ ਵੀ ਦੇ ਦਿੱਤਾ ਜੋ ਮੰਗਿਆ ਨਹੀਂ ਗਿਆ ਸੀ। ਉਹਦੇ 'ਚ ਪਿਛਲੀਆਂ ਹੋਰ ਬਹੁਤ ਰੌਲੇ ਬਹੁਤ ਪਏ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ। ਹਰ ਗੱਲ ਜਿਹੜੀ ਉਹ ਝੱਟ ਧੁੰਮ ਜਾਂਦੀ ਆ, ਭਾਵੇਂ ਉਹ ਸੱਚ ਹੋਵੇ ਤੇ ਭਾਵੇਂ ਉਹ ਝੂਠ ਹੋਵੇ। ਇਸੇ ਕਰਕੇ ਮੈਂ ਇਹਨੂੰ ਬਹੁਤ ਵਾਰ WhatsApp ਤੇ Facebook ਯੂਨੀਵਰਸਿਟੀ ਦੀ ਗੱਲ ਕਹਿਣਾ ਕਿ ਤੇ ਗਿਆਨ ਜਿਹੜਾ ਆ ਉਹ ਬਹੁਤ ਖਿਲਰਿਆ ਫਿਰਦਾ, ਅੱਧਾ ਅਧੂਰਾ ਵੀ ਹੋਵੇ ਤੇ ਜਿਹਨੇ ਗੱਲ ਪੜ੍ਹ ਲਈ, ਸਾਡੀ ਸਾਈਕੋਲੋਜੀ ਆ ਕਿ ਅਸੀਂ ਲਿਖਿਆ ਪੜ੍ਹ ਕੇ ਉਹਨੂੰ ਸੱਚ ਮੰਨਦੇ ਹਾਂ। ਖਾਸ ਤੌਰ ਤੇ ਜੇ ਕੰਪਿਊਟਰ ਦੇ ਉੱਤੇ ਜਾਂ ਲੈਪਟਾਪ ਤੇ ਜਾਂ ਆਪਣੇ ਫੋਨ ਤੇ ਕੁਝ ਦੇਖਦੇ ਹਾਂ, ਜਦੋਂ ਅਸੀਂ ਇਕੱਲੇ ਹੁੰਨੇ ਉਹਨੂੰ ਪੜ੍ਹਦੇ ਹਾਂ ਤੇ ਫਿਰ ਸਾਨੂੰ ਹੋਰ ਵੀ ਸੱਚ ਜਾਪਦਾ। ਪਰ ਸ਼ਰਮਾ ਜੀ ਕਹਿੰਦੇ ਹੁੰਦੇ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਬਿਲਕੁਲ ਇਹ ਬਹੁਤ ਡੇਂਜਰਸ ਹੈ ਜੀ। ਪਰ ਅਸੀਂ ਹੁਣ ਗੱਲ ਕਰ ਰਹੇ ਹਾਂ ਕਿ ਲੋਕ ਭਾਵਨਾਵਾਂ ਨਾਲ ਜੁੜੀਆਂ ਹੋਈਆਂ, ਧਾਰਮਿਕ ਭਾਵਨਾਵਾਂ ਵੀ ਜੁੜੀਆਂ ਸੀ ਉਸ ਘਟਨਾ ਦੇ ਨਾਲ, ਬਹੁਤ ਸਾਰੀਆਂ। ਜ਼ਰੂਰੀ ਨਹੀਂ ਕਿ ਉਹ ਸਿੱਖਾਂ ਦੀਆਂ, ਸਾਰੇ ਪੰਜਾਬੀਆਂ ਦੀਆਂ, ਸਾਰੀ ਮਨੁੱਖਤਾ ਦੀਆਂ ਜੁੜੀਆਂ ਸੀ। ਜਦੋਂ ਵੀ ਕਿਤੇ ਕੋਈ ਉਲੰਘਣਾ ਹੁੰਦੀ ਹੈ, ਕਿਸੇ ਦੀ ਮੌਤ ਹੁੰਦੀ ਹੈ, ਧਰਮ ਦੀ ਹਾਨੀ ਹੁੰਦੀ ਹੈ ਤੇ ਫਿਰ ਉਹ ਜਿਹੜੀ ਆ ਗੱਲ ਵੱਡੀ ਹੋ ਜਾਂਦੀ ਹੈ ਤੇ ਉਦੋਂ ਤੋਂ ਲੋਕਾਂ ਨੂੰ ਆਸ ਹੁੰਦੀ ਹੈ ਸਰਕਾਰ ਤੋਂ ਜਾਂ ਫਿਰ ਮਾਣਯੋਗ ਕੋਰਟ ਤੋਂ ਕਿ ਸਾਨੂੰ ਜਿਹੜਾ ਇਨਸਾਫ ਉਹ ਮਿਲੇਗਾ। ਪਰ ਬੀਤੇ ਦੇ ਵਿੱਚ ਜਿਹੜਾ ਅਸੀਂ ਦੇਖਿਆ ਕਿ 15 ਦੇ ਵਿੱਚ ਘਟਨਾ ਹੁੰਦੀ ਆ, 16 ਦੇ ਵਿੱਚ ਸਰਕਾਰ ਬਦਲ ਜਾਂਦੀ ਆ, 22 ਦੇ ਵਿੱਚ ਹੁਣ 17 'ਚ ਸਰਕਾਰ ਬਦਲ ਜਾਂਦੀ ਆ, 22 ਦੇ ਵਿੱਚ ਹੁਣ ਨਵੀਂ ਸਰਕਾਰ ਫੇਰ ਬਦਲਣ ਵਾਲੀ ਆ। ਤੇ ਜਾਪਦਾ ਇੰਝ ਆ ਕਿ ਜਿਹੜੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਉਹ ਆਪਸ ਦੇ ਵਿੱਚ ਰਲ ਕੇ ਖੇਲ ਰਹੀਆਂ ਤੇ ਲੋਕਾਂ ਦੀ ਭਾਵਨਾਵਾਂ ਦੀ ਉਹਨਾਂ ਨੂੰ ਕੋਈ ਵੱਡੀ ਫਿਕਰ ਹੈ ਨਹੀਂ। ਕੁੰਵਰ ਵਿਜੇ ਪ੍ਰਤਾਪ ਜਿਹੜੇ ਆਫੀਸਰਸ ਉਹਨਾਂ ਨੇ ਆਪਣੀ ਨੌਕਰੀ ਛੱਡੀ ਆ ਐਜ਼ ਐਨ IPS ਆਫੀਸਰ, ਉਹਨਾਂ ਨੇ ਵੀ ਬਾਅਦ ਵਿੱਚ ਅਜਿਹੀਆਂ ਗੱਲਾਂ ਕੀਤੀਆਂ। ਹੋਰ ਵੀ ਬਹੁਤ ਸਾਰੇ ਵੱਡੇ ਲੀਡਰਾਂ ਵੱਲੋਂ ਮੌਕੇ ਬੇਮੌਕੇ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ। ਹੁਣ ਜਿਹੜੀ ਇੱਕ ਸਿੱਟ ਬਣਾਈ ਆ, 3 ਮੈਂਬਰ ਨੇ, ਤਿੰਨੋਂ ਹੀ ਮੇਰੇ ਖਿਆਲ ਵਿੱਚ SSP ਨੇ, ਅਗਰਵਾਲ ਸਾਹਿਬ ਨੇ ਤੇ ਇੱਕ ਸੀਗੇ ਉਹਨਾਂ ਦੇ ਵਿੱਚ LK ਯਾਦਵ ਜੀ ਆ, ਇੱਕ DIG ਸੁਰਜੀਤ ਸਿੰਘ। ਵੱਡੇ ਆਫੀਸਰ ਨੇ, ਇਹਨਾਂ ਦਾ ਲੰਬਾ ਪੁਲਿਸ ਪ੍ਰਸ਼ਾਸਨ ਦਾ ਤਜਰਬਾ ਹੈ, ਬਹੁਤ ਸਾਰੇ ਕੇਸ ਇਹਨਾਂ ਨੇ ਸੋਲਵ ਕੀਤੇ ਹੋਏ ਹਨ, ਬਹੁਤ ਸਾਰੀਆਂ ਚੀਜ਼ਾਂ ਇਹ ਜਾਣਦੇ ਨੇ ਕਿਉਂਕਿ ਇਸੇ ਹੀ ਸਟੇਟ ਦੇ ਵਿੱਚ ਆਲਰੇਡੀ ਆਫੀਸਰਸ ਨੇ, IPS ਨੇ। ਤੇ ਹੁਣ ਇਹਨਾਂ ਨੂੰ ਸਮਾਂ ਦਿੱਤਾ ਹੈ 6 ਮਹੀਨੇ ਦਾ। ਜੇ ਮਈ ਤੋਂ ਅਸੀਂ 6 ਮਹੀਨੇ ਦੇਖੀਏ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਜਾਣੀ ਕਿ ਇਹ ਆਪਣੀ ਰਿਪੋਰਟ ਜਿਹੜੀ ਆ ਉਹ ਨਵੰਬਰ ਦੇ ਵਿੱਚ ਦੇਣਗੇ। ਤੇ ਨਵੰਬਰ ਦੇ ਵਿੱਚ ਜੇ ਸਾਰਾ ਕੁਝ ਠੀਕ ਰਵੇ, ਵੈਸੇ ਤੇ ਠੀਕ ਹੀ ਰਹਿਣ ਦੇ ਆਸਾਰ ਨੇ ਕਿਉਂਕਿ ਕਰੋਨਾ ਹੋ ਵੀ ਜਾਵੇ ਤੇ ਸਰਕਾਰਾਂ ਨੇ ਚੋਣਾਂ ਫਿਰ ਵੀ ਕਰਾਈ ਦੇਣੀਆਂ। ਬਿਲਕੁਲ, ਉਦੋਂ ਹਟ ਜਾਣਾ ਕਰੋਨਾ ਦੇ ਟਾਈਮ ਤੇ, ਚੋਣਾਂ ਦੇ ਟਾਈਮ ਤੇ ਜਾ ਕੇ ਹਟ ਜਾਣਾ। ਤੇ ਨਵੰਬਰ ਉਹ ਟਾਈਮ ਹੋਣਾ ਜਦੋਂ ਜਿਹੜਾ ਪ੍ਰਚਾਰ ਪ੍ਰਸਾਰ ਆ ਚੋਣਾਂ ਦਾ ਉਹ ਬਿਲਕੁਲ ਪੀਕ ਤੇ ਹੋਣਾ ਹੈ। ਨਾ ਜਾਣੇ ਇਹਦੇ ਪਿੱਛੇ ਕੋਈ ਸਟ੍ਰੈਟਜੀ ਹੈ ਜਾਂ ਇਹਦੇ ਪਿੱਛੇ ਹੁਣ ਵੀ ਸੱਚ ਹੈ, ਪਰ ਸਿੱਟ ਜਦੋਂ ਬਣਦੀ ਹੈ, ਜਦੋਂ ਕੁਝ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਤੇ ਇਹ ਹੁਣ ਆਮ ਤੌਰ ਤੇ ਪੰਜਾਬ 'ਚ ਕਿਹਾ ਜਾਂਦਾ ਹੈ ਤੇ ਕਿ ਕਮੇਟੀ ਬਣਾਉਣ ਦਾ ਅਰਥ ਹੈ ਉਸ ਮੁੱਦੇ ਨੂੰ ਘੱਟੇ ਮਿੱਟੀ 'ਚ ਪਾ ਦੇਣਾ, ਉਹਨੂੰ ਸਿਰਫ ਔਰ ਸਿਰਫ ਇੱਕ ਅੱਖੋਂ ਓਲੇ ਕਰ ਦੇਣਾ, ਠੰਡੇ ਬਸਤੇ 'ਚ ਪਾ ਦੇਣਾ। ਕਮੇਟੀ ਦੀ ਰਿਪੋਰਟ ਆਏਗੀ, ਉਸ ਕਮੇਟੀ ਨੂੰ ਫਿਰ ਅੱਗੇ ਹਾਈ ਕੋਰਟ ਮੰਨਦੀ ਹੈ ਕਿ ਨਹੀਂ ਮੰਨਦੀ, ਉਹਦੇ ਵਿੱਚ ਜਾਂਚ ਹੁੰਦੀ ਹੈ, ਕੇਸ ਦਰਜ ਹੁੰਦਾ ਹੈ। ਇਹਦੇ ਤੋਂ ਪੋਲੀਟੀਕਲ ਮਾਈਲੇਜ ਲੈਣ ਦੀ ਹੀ ਕੋਸ਼ਿਸ਼ ਹੋਣੀ ਆ, ਉਹਦੇ 'ਚੋਂ ਕੁਝ ਨਿਕਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਸਾਨੂੰ ਸਰਕਾਰਾਂ ਦੇ ਉੱਤੇ ਵੀ ਦੇਖਿਆ ਹੈ ਬੀਤੇ ਸਮੇਂ ਦੇ ਵਿੱਚ ਕਿੰਨੇ ਕੁ ਕੰਮ ਚੰਗੇ ਤਰੀਕੇ ਨਾਲ ਕਰਦੇ ਨੇ। ਨੋ ਡਾਊਟ ਇਹ ਚੰਗੇ ਅਫਸਰ ਹੋਣਗੇ, ਪਰ ਫਿਰ ਕਿੰਨਾ ਲੰਬਾ ਟਾਈਮ ਦਿੱਤਾ ਹੈ। 6 ਮਹੀਨੇ ਦੀ ਕਹਾਣੀ ਕਿਉਂ ਘੜੀ ਗਈ? ਕਿ ਇਹਦੇ ਮੁੱਖ ਮੰਤਰੀ ਦੇ ਆਪਣੇ ਕੈਬਨਿਟ ਦੇ ਬਹੁਤੇ ਮੰਤਰੀ ਤੇ ਬਹੁਤੇ MLA ਕਹਿ ਰਹੇ ਨੇ ਕਿ ਇਹਨੂੰ ਮਹੀਨੇ 2 ਮਹੀਨੇ 'ਚ ਵੀ ਮੁਕਾਇਆ ਜਾ ਸਕਦਾ, ਪਰ ਇਹ ਇੱਕ ਨਵੀਂ ਸਿੱਟ ਬਣਨ ਨਾਲ ਲੋਕ ਇਹਨੂੰ ਕਿੱਦਾਂ ਦੇਖਣਗੇ? ਲੋਕਾਂ ਕੋਲ ਸਮਾਂ ਹੈ, ਲੋਕ ਆਪਣਾ ਫੈਸਲਾ ਤਾਂ ਵੋਟਾਂ ਵੇਲੇ ਹੀ ਦੇਣਗੇ ਜੀ। ਪਰ ਇਨਸਾਫ ਜਿਹੜਾ ਹੈ, ਤੁਸੀਂ ਜਿੱਦਾਂ ਗੱਲ ਕੀਤੀ ਕਿ ਲਿਟਲ ਨੌਲੇਜ ਡੇਂਜਰਸ, ਇੱਦਾਂ ਇੱਕ ਬੜੀ ਅੰਗਰੇਜ਼ੀ ਦੀ ਚੰਗੀ ਗੱਲ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜੇ 5 ਸਾਲ ਲੰਘ ਗਏ ਨੇ, ਸਾਲ 6 ਮਹੀਨੇ ਹੋਰ ਲੰਘ ਜਾਣੇ ਨੇ, ਉਸ ਤੋਂ ਬਾਅਦ ਫਿਰ ਨਵੀਆਂ FIR ਹੋਣਗੀਆਂ, ਉਹਦੇ 'ਚ ਫਿਰ ਰੌਲਾ ਪਵੇਗਾ, ਸਾਨੂੰ ਤੁਹਾਨੂੰ ਗੱਲਾਂ ਕਰਨ ਦਾ ਮੌਕਾ ਮਿਲੇਗਾ, ਪਰ ਇਨਸਾਫ ਕਦੋਂ ਮਿਲੇਗਾ ਇਹ ਤਾਂ ਕੁਝ ਨਹੀਂ ਸਕਿਆ। ਪਰ ਜਿਹੜੀ ਮੌਜੂਦਾ ਸਰਕਾਰ ਹੈ, ਜਦੋਂ ਸੱਤਾ 'ਚ ਆਈ ਸੀ ਤੇ ਇਹਨਾਂ ਨੇ ਪਹਿਲਾ ਵਾਅਦਾ ਹੀ ਇਹ ਕੀਤਾ ਸੀ ਜਨਤਾ ਦੇ ਨਾਲ ਕਿ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਇਸ ਮਾਮਲੇ ਦੇ ਵਿੱਚ। ਬਿਲਕੁਲ। ਤੇ ਫਿਰ ਹੁਣ ਕਿਹੜਾ ਮੂੰਹ ਲੈ ਕੇ ਜਾਣਗੇ ਜੇਕਰ ਇਨਸਾਫ ਨਹੀਂ ਹੁੰਦਾ 6 ਮਹੀਨਿਆਂ 'ਚ? ਤਾਂ ਸਵਲੀਨ ਜੀ, ਜਦੋਂ ਇਹਨਾਂ ਨੇ ਵੋਟਾਂ ਲੈਣ ਜਾਣਾ, ਇਹਨਾਂ ਕੋਲ ਬੜੇ ਮੂੰਹ ਨੇ। ਮੈਂ ਤੁਹਾਨੂੰ ਪਹਿਲਾਂ ਵੀ ਅਸੀਂ ਇਸੇ ਪ੍ਰੋਗਰਾਮ ਵਿੱਚ ਜਾਂ ਅਸੀਂ ਹੋਰ ਵੀ ਕਈ ਵਾਰ ਗੱਲ ਕਰਦੇ ਹਾਂ ਕਿ ਜਦੋਂ ਇਹਨਾਂ ਨੇ ਪਿੰਡਾਂ 'ਚ ਜਾਣਾ ਹੈ, ਇਹਨਾਂ ਕੋਲ ਹਰ ਪਿੰਡ ਦੇ ਵਿੱਚ ਆਪਣੇ ਸਮਰਥਕ ਨੇ ਤੇ ਗੱਲਾਂ ਹੋਰ ਹੋ ਜਾਣੀਆਂ ਨੇ। ਆਪਣੀ ਗੱਲ ਸਮਝਾਉਣ ਲਈ, ਆਪਣਾ ਪਾਸਾ ਦੱਸਣ ਲਈ, ਆਪਣਾ ਪੱਖ ਰੱਖਣ ਲਈ ਇਹਨਾਂ ਨੇ ਹੋਰ ਬੜੇ ਤਰੀਕੇ ਅਪਣਾ ਲੈਣੇ ਨੇ। ਇੱਕ ਦੂਜੇ ਤੇ ਦੂਸ਼ਣ ਲਾਉਂਦੇ ਰਹਿੰਦੇ ਨੇ। ਇੱਕ ਫਿਰ ਕਹਿਣਗੇ ਕਿ ਉਹ ਦੂਜੇ ਦਾ ਸੈਂਟਰ ਦੇ ਵਿੱਚ ਕੁੰਡੀ ਅੜੀ ਹੋਈ ਸੀ, ਉਹਨਾਂ ਨੇ ਲਟਕਾਤਾ, ਇਹ ਇੱਦਾਂ ਹੋ ਗਿਆ, ਇਹ ਉੱਦਾਂ ਹੋ ਗਿਆ। ਕਹਾਣੀਆਂ ਬਹੁਤ ਨੇ। ਲੋਕਾਂ ਲਈ ਜਿਹੜਾ ਇਨਸਾਫ ਆ ਉਹ ਮਿਲਦਾ ਨਜ਼ਰ ਨਹੀਂ ਆਉਂਦਾ। ਹਾਂ, ਚੋਣ ਮੁੱਦਾ ਫਿਰ ਇਹ ਵੱਡਾ ਬਣੇਗਾ ਨਵੰਬਰ 'ਚ, ਇਹ ਗੱਲ ਤੈਅ ਹੈ। ਤੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕਾਂਗਰਸੀ ਮੰਤਰੀ ਜਿਹੜੇ ਨੇ ਕੁਝ ਇਕੱਠੇ ਹੋ ਕੇ ਤੇ ਮੁੱਖ ਮੰਤਰੀ ਦੇ ਖਿਲਾਫ ਖਿਚੜੀ ਪਕਾ ਰਹੇ ਨੇ। ਉਹ ਕੀ ਹੈ ਮਾਮਲਾ? ਦੇਖੋ, ਫਿਰ ਇਹਦੇ ਨਾਲ ਹੀ ਜੁੜੀ ਹੋਈ ਗੱਲ ਆ।
ਪੰਜਾਬ ਦੇ ਵਿੱਚ ਸੀਨੀਅਰ ਮੰਤਰੀ ਆ, ਬਹੁਤ ਦੇਰ ਤੋਂ ਖੁੱਡੇ ਲਾਈਨ ਲੱਗੀ ਰੱਖੇ। ਨਵਜੋਤ ਸਿੰਘ ਸਿੱਧੂ ਦੀ ਅਸੀਂ ਗੱਲ ਕਰੀਏ, ਅਸੀਂ ਕਈ ਵਾਰ ਉਹਨਾਂ ਦੇ ਉੱਤੇ ਤੰਜ ਵੀ ਕੱਸਦੇ ਹਾਂ ਕਿ ਉਹ ਕ੍ਰਿਕਟਰ ਚੰਗੇ ਸੀ ਪਰ ਲੀਡਰ ਵੀ ਚੰਗੇ ਬਣ ਨਹੀਂ ਸਕੇ। ਬਹੁਤ ਵਾਰੀ ਉਹਨਾਂ ਦੀ ਜਿਹੜੀ ਮਹੱਤਵਕਾਂਕਸ਼ਾ ਹੈ, ਜਿਹੜਾ ਉਹਨਾਂ ਦਾ ਸਵੈ ਆ, ਉਹਨੂੰ ਵੱਡਾ ਕਰਕੇ ਦੇਖਦੇ ਆ ਕਿ ਮੈਂ ਬਹੁਤ ਵੱਡੀਆਂ ਸਮੱਸਿਆਵਾਂ ਹੱਲ ਕਰ ਸਕਦਾ ਹਾਂ, ਮੇਰੇ ਕੋਲ ਸਾਰੇ ਪਲਾਨਸ ਨੇ। ਉਹਨਾਂ ਨੇ ਤੁਹਾਡੀ ਜਿਹੜੀ ਹੈਗੀ ਆ ਕੇਬਲ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਇਹਦੇ ਲਈ ਬਹੁਤ ਸਾਰੀਆਂ ਪ੍ਰਪੋਜ਼ਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਬਣਾਈਆਂ ਹੋਈਆਂ ਸੀ। ਪਰ ਉਹਨਾਂ ਦੀ ਜਿਹੜੀ ਇਹ ਗੱਲ ਕੈਪਟਨ ਸਾਹਿਬ ਨੇ ਉਨੀ ਸੁਹਿਰਦਤਾ ਨਾਲ ਨਹੀਂ ਸੁਣੀ, ਜਾਂ ਉਹਨਾਂ ਨੂੰ ਉਨੇ ਵੱਡੇ ਉਨੇ ਚੰਗੇ ਮੌਕੇ ਕੈਬਨਿਟ 'ਚ ਨਹੀਂ ਦਿੱਤੇ। ਬਹੁਤ ਦੇਰ ਉਹ ਚੁੱਪ ਕਰਕੇ ਬੈਠੇ ਰਹੇ। ਫਿਰ ਉਹਨਾਂ ਨੇ ਜਦੋਂ ਹਾਈ ਕੋਰਟ ਨੇ ਇਸ ਰਿਪੋਰਟ ਨੂੰ ਖਾਰਜ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਕੁਝ ਟਵੀਟ ਕੀਤੇ, ਜਾਂ ਇੱਕ ਦੋ ਵਾਰ ਜਗ੍ਹਾ ਤੇ ਉੱਥੇ ਬਰਗਾੜੀ ਜਾ ਕੇ ਉਸ ਪਿੰਡ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪਟਿਆਲੇ ਦੇ ਵਿੱਚ ਵੀ ਇੱਕ ਦੋ ਵਾਰ ਪ੍ਰੈਸ ਕਾਨਫਰੰਸ ਕੀਤੀ। ਫਿਰ ਕੈਪਟਨ ਸਾਹਿਬ ਨੇ ਇਹਨਾਂ ਨੂੰ ਬਹੁਤ ਸਾਫ਼ ਸ਼ਬਦਾਂ 'ਚ ਲਤਾੜਿਆ ਕਿ ਤੁਸੀਂ, ਮੈਨੂੰ ਪਤਾ ਹੈ ਤੁਹਾਡੀ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਹੈ ਤੇ ਤੁਸੀਂ ਪਟਿਆਲੇ ਹੁਣ ਇਸ ਕਰਕੇ ਹੋ ਕਿ ਤੁਸੀਂ ਪਟਿਆਲੇ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਹੋ। ਫਿਰ ਜਲੰਧਰ ਤੋਂ ਵਿਧਾਇਕ, ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਨੇ ਇੱਕ ਦੋ ਵਾਰ ਗੱਲਬਾਤ ਕੀਤੀ ਤੇ ਫਿਰ ਲੱਗਦਾ ਸੀਗਾ ਕਿ ਸਿੱਧੂ ਦੀ ਜਿਹੜੀ ਆ ਉਹ ਆਪਣਾ ਗਰੁੱਪ ਜਿਹੜਾ ਆ, ਆਪਣੀ ਜਿਹੜੀ ਲੌਬੀ ਆ, ਉਹਨੂੰ ਤਗੜਾ ਕਰਨ 'ਚ ਲੱਗੇ ਹੋਏ ਨੇ। ਤੇ ਹੁਣ ਇਹ ਗੱਲ ਸਾਹਮਣੇ ਆਈ ਆ ਕਿ ਰੰਧਾਵਾ ਸਾਹਿਬ, ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਚਰਨਜੀਤ ਚੰਨੀ ਆ, ਉਹਨਾਂ ਦੀ ਮੀਟਿੰਗ ਵੀ ਇਹਨਾਂ ਨਾਲ ਸਿੱਧੂ ਸਾਹਿਬ ਨਾਲ ਹੋਈ ਆ। ਦੇਖੋ, ਗੱਲ ਮੈਂ ਕਈ ਵਾਰ ਕਰਦਾ ਹੁੰਦਾ ਕਿ ਵਾਦ ਵਿਵਾਦ ਤੇ ਸੰਵਾਦ ਜਿਹੜੇ ਨੇ, ਸੰਵਾਦ ਜਿਹੜਾ ਆ ਉਹ ਹਰ ਇੱਕ ਗੱਲ ਲਈ ਜ਼ਰੂਰੀ ਹੈ ਜੀ। ਇਹ ਜਿਹੜੀ ਮੀਟਿੰਗਸ ਆ, ਇਹ ਕਿਤੇ ਲੰਚ ਤੇ ਕਿਤੇ ਬ੍ਰੇਕਫਾਸਟ ਤੇ ਨਹੀਂ ਹੋਣੀਆਂ ਚਾਹੀਦੀਆਂ। ਕੈਬਨਿਟ ਦੀਆਂ ਮੀਟਿੰਗ ਹੋਣੀਆਂ ਚਾਹੀਦੀਆਂ, ਵਿਧਾਨ ਸਭਾ ਦੇ ਸੈਸ਼ਨ ਹੋਣੇ ਚਾਹੀਦੇ ਨੇ। ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜੀਆਂ ਮੀਟਿੰਗਸ ਆ, ਸਾਰੇ MLAs ਨੂੰ ਸੱਦ ਕੇ ਇੱਕ ਵਾਰ ਮਹੀਨੇ ਬਾਅਦ ਬੁਲਾ ਲੈਣ, 2 ਵਾਰ ਬੁਲਾ ਲੈਣ, ਘੰਟੇ ਲਈ ਬੁਲਾ ਲੈਣ, 2 ਘੰਟੇ ਲਈ ਬੁਲਾ ਲੈਣ। ਪ੍ਰਸ਼ਾਂਤ ਕਿਸ਼ੋਰ ਤੋਂ ਮੀਟਿੰਗ ਕਰਾਈ ਆ ਪਿੱਛੇ ਜਾਏ, ਕੱਲੇ ਕੁਝ MLAs ਨਾਲ ਵੀ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ। ਉਹ ਸਿਰਫ ਚੋਣਾਂ ਨੂੰ ਲੈ ਕੇ ਕੀਤੀਆਂ ਕਿ ਚੋਣਾਂ ਦੇ ਵਿੱਚ ਮੁੱਦੇ ਕੀ ਨੇ ਤੇ ਕੀ ਨੇ। ਉਦੋਂ ਵੀ ਬਹੁਤ ਸਾਰੇ ਲੋਕਾਂ ਨੇ, ਉਹਨਾਂ ਨੂੰ ਬਹੁਤ ਸਾਰੇ MLAs ਨੇ ਇਹੀ ਦੱਸਿਆ। ਤੇ ਜਿੱਥੋਂ ਤੱਕ ਰਹੀ ਤੁਹਾਡੀ ਗੱਲ ਕਿ ਇਹ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਇਕੱਠੇ ਹੋ ਰਹੇ ਨੇ, ਕੋਸ਼ਿਸ਼ ਤੇ ਜ਼ਰੂਰ ਕਰਨਗੇ, ਕਿਉਂਕਿ ਇਹਦੇ 'ਚ ਜਿਹੋ ਜਿਹੇ ਨਾਂ ਸਾਹਮਣੇ ਆ ਰਹੇ ਨੇ, ਉਹ ਆਪਣੀ ਗੱਲ ਬਹੁਤ ਵਾਰ ਮੀਡੀਆ ਦੇ ਵਿੱਚ ਜਾਂ ਚਿੱਠੀਆਂ ਦੇ ਰਾਹੀਂ ਜਾਂ ਵਿਧਾਨ ਸਭਾ 'ਚ ਉਹਨਾਂ ਨੇ ਰੱਖੀ ਜ਼ਰੂਰ MLAs ਨੇ। ਪਰ ਮੁੱਖ ਮੰਤਰੀ ਸਾਹਿਬ, ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਕੈਪਟਨ ਸਾਹਿਬ ਕਾਂਗਰਸ ਦਾ ਇੱਕ ਵੱਡਾ ਚਿਹਰਾ ਨੇ ਤੇ ਬਹੁਤ ਸਾਰੇ ਲੋਕਾਂ ਦਾ ਇਕੱਠੇ ਹੋ ਕੇ ਵੀ ਉਹਨਾਂ ਨੂੰ ਢਾਹ ਲੈਣਾ ਜਾਂ ਉਹਨਾਂ ਦੀ ਸ਼ਾਨ ਨੂੰ ਜਾਂ ਉਹਨਾਂ ਦੀ ਜਿਹੜੀ ਰੁਤਬੇ ਨੂੰ ਘਟਾ ਦੇਣਾ, ਉਹ ਮੁਸ਼ਕਲ ਜਾਪਦਾ ਹੈ। ਤੇ ਦੂਸਰੀ ਗੱਲ ਇਹ ਵੀ ਆ ਕਿ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਟਿਕਟਾਂ ਦੀ ਵੰਡ ਹੋਣੀ ਹੈ ਤੇ ਫਿਰ ਜਿਹੜੀ ਗੱਲ ਆ ਉਹ ਪੰਜਾਬ ਇੰਚਾਰਜ, ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ ਨਾਲ ਹੀ ਗੱਲ ਬਣਨੀ ਹੈ। ਬਾਜਵਾ ਸਾਹਿਬ ਰਾਜ ਸਭਾ ਤੋਂ ਮੈਂਬਰ ਨੇ, ਉਹਨਾਂ ਨੇ ਵੀ ਕਿਹਾ ਹੈ ਕਿ ਮੈਂ ਵਿਧਾਨ ਸਭਾ ਦੀ ਚੋਣ ਲੜੂੰਗਾ। ਸਿੱਧੂ ਸਾਹਿਬ ਵੀ ਉਹਦੇ ਵਿੱਚ ਨੇ, ਚਰਨਜੀਤ ਚੰਨੀ ਵੀ ਆ, ਰੰਧਾਵਾ ਵੀ ਆ, ਕੁਝ ਹੋਰ MLAs ਨੇ, ਪਾੜਾ ਸਾਹਿਬ ਨੇ ਗੁਰਦਾਸਪੁਰ ਤੋਂ, ਕੁਝ ਹੋਰ MLAs ਦੀ ਮੀਟਿੰਗ ਦੀ ਵੀ ਗੱਲ ਹੋਈ ਆ। ਪ੍ਰਗਟ ਸਿੰਘ ਵੀ ਉਹਦੇ 'ਚ ਸ਼ਾਮਲ ਨੇ। ਮੌਕੇ ਤੇ ਇੱਕ ਦੋ ਵਾਰ ਪਿਛਲੇ ਸਮਿਆਂ ਦੇ ਵਿੱਚ ਹੋਰ MLAs ਨੇ ਵੀ ਕੈਪਟਨ ਸਾਹਿਬ ਦੇ ਖਿਲਾਫ ਜਿਹੜੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਿਛਲੀ ਸਰਕਾਰ ਜਦੋਂ ਕੈਪਟਨ ਸਾਹਿਬ ਨੇ ਬਣਾਈ ਸੀ 10 ਸਾਲ ਪਹਿਲਾਂ, ਉਦੋਂ ਵੀ ਉਹ ਇਸ ਗੱਲ ਲਈ ਸਰਕਾਰ ਉਹਨਾਂ ਨੇ ਬਣਾ ਲਈ ਸੀ, ਪਰ ਇਸ ਗੱਲ ਦੀ ਉਹਨਾਂ ਤੇ ਇਲਜ਼ਾਮ ਜਿਹੜੀ ਆ ਜ਼ਰੂਰ ਲੱਗਦੇ ਰਹੇ ਸੀ ਕਿ ਉਹ ਕਿਸੇ ਦੀ ਗੱਲ ਨਹੀਂ ਸੁਣਦੇ। ਫਿਰ ਨਜ਼ਰ ਆਇਆ ਸੀਗਾ ਕਿ ਉਹ ਆਪਣੇ ਆਪ ਨੂੰ ਬਦਲਣਗੇ ਤੇ ਲੋਕਾਂ ਦੇ ਵਿੱਚ ਵਿਚਰਨਗੇ ਜਾਂ ਘੱਟੋ ਘੱਟ ਆਪਣੇ MLAs ਨੂੰ ਕਰਨਗੇ। ਪਰ ਉਹ ਮੈਨੂੰ ਜੋ ਹੁਣ ਤੱਕ ਦੇ ਇਹਨਾਂ ਦਾ ਪਿਛਲਾ 4.5 ਸਾਲ ਦਾ ਕਾਰਜਕਾਲ ਦੇਖਿਆ, ਉਹ ਰਾਜਾਸ਼ਾਹੀ ਤੋਂ ਬਾਹਰ ਆਉਂਦੇ ਨਜ਼ਰ ਨਹੀਂ ਆਉਂਦੇ। ਤੇ ਫਿਰ ਜੇ ਮੈਂ MLA ਆ ਜਾਂ ਮੈਂ ਮਿਨਿਸਟਰ ਆ, ਮੇਰੀ ਮੁੱਖ ਮੰਤਰੀ ਗੱਲ ਨਹੀਂ ਸੁਣਦੇ, ਜੋ ਮੇਰੇ ਮਨ ਦੇ ਵਿਚਾਰ ਨੇ ਉਹ ਕਿਤੇ ਪ੍ਰਗਟ ਨਹੀਂ ਹੁੰਦੇ, ਫਿਰ ਮੈਂ ਕਿਤੇ ਨਾ ਕਿਤੇ ਲੰਚ ਬੈਠਕ ਦੇ ਵਿੱਚ ਜਾਂ ਕਿਤੇ ਨਾ ਬੈਠ ਕੇ ਕਿਤੇ ਆਪਣੇ ਲੋਕਾਂ ਦੇ ਨਾਲ, ਆਪਣੇ ਹਮਖਿਆਲ MLAs ਨੂੰ ਇਕੱਠਾ ਕਰਕੇ ਆਪਣੀ ਗੱਲ ਤਾਂ ਕਰੂੰਗਾ। ਇਹਦਾ ਰਿਜ਼ਲਟ ਕੀ ਨਿਕਲਦਾ ਹੈ ਉਹਦੇ ਲਈ ਮੈਂ ਕੋਈ ਬਹੁਤਾ ਆਸਵਾਨ ਨਹੀਂ। ਮੈਨੂੰ ਇਦਾਂ ਲੱਗਦਾ ਨਹੀਂ ਕਿ ਕਾਂਗਰਸ ਦੇ ਵਿੱਚ ਧੜੇਬੰਦੀਆਂ ਤੇ ਪਹਿਲਾਂ ਵੀ ਰਹੀਆਂ। ਜਦੋਂ ਇਹਦੇ ਵਿੱਚ ਕੈਪਟਨ ਸਾਹਿਬ ਨੇ ਸਰਕਾਰ ਬਣਾਈ ਸੀ ਤੇ ਬੀਬੀ ਭੱਠਲ ਨੇ ਬਹੁਤ ਜ਼ੋਰ ਲਾਇਆ ਸੀ। ਬਹੁਤ ਵਾਰੀ ਉਹ ਦਿੱਲੀ ਗਏ, ਕਦੀ ਕਿਤੇ ਗਏ, ਕਦੀ ਕਿਤੇ ਇਹਨੂੰ ਲਾਮਬੰਦੀ ਵੀ ਕੀਤੀ, ਪਰ ਕੁੱਲ ਮਿਲਾ ਕੇ ਜਿਹੜਾ ਉਹਦਾ ਸੀਗਾ, ਉਹਦੇ 'ਚੋਂ ਆਊਟਕਮ ਜਿਹੜੀ ਸੀ ਉਹ ਵਹੀ ਢਾਕ ਕੇ 3 ਪਾਤ ਸੀ, ਰਿਜ਼ਲਟ ਕੋਈ ਨਹੀਂ ਹੈ। ਤੇ ਇਹਨਾਂ ਮੀਟਿੰਗਾਂ ਦੇ ਵਿੱਚੋਂ ਵੀ ਕੁਝ ਗੱਲ ਜਿਹੜੀ ਨਜ਼ਰ ਆਉਣ ਵਾਲੀ ਨਹੀਂ ਲੱਗਦੀ। ਹੋ ਸਕਦਾ ਹੈ ਥੋੜੀ ਜੀ ਗੱਲਬਾਤ ਕਿਤੇ ਬਣੇ, ਕੋਈ ਗੱਲ ਸਾਹਮਣੇ ਆਵੇ, ਪਰ ਹੁਣ ਨਵੀਂ ਸਿੱਟ ਬਣਾਤੀ ਆ, 6 ਮਹੀਨੇ ਦਾ ਟਾਈਮ ਮਿਲ ਗਿਆ ਹੈ, ਲੋਕ ਸੋਚਣਗੇ ਕਿ ਉਹਨਾਂ ਨੂੰ ਕੀ ਮਿਲਿਆ। ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਪਰ ਬ੍ਰੇਕ ਤੋਂ ਵਾਪਸ ਆ ਕੇ ਕਿਸਾਨ ਅੰਦੋਲਨ ਦੀ ਗੱਲ ਕਰਾਂਗੇ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਜੋ ਕਰੋਨਾ ਦੇ ਹਾਲਾਤ ਨੇ, ਪੰਜਾਬ ਸਰਕਾਰ ਨੇ ਵੀਕਐਂਡ ਲਾਕਡਾਊਨ ਲਾਤਾ, ਬਟ ਕਿਸਾਨ ਉਹਦਾ ਵਿਰੋਧ ਕਰ ਰਹੇ ਨੇ ਤੇ ਮੁੱਖ ਮੰਤਰੀ ਨੇ ਸਖਤੀ ਦੇ ਹੁਕਮ ਦੇਤੇ ਨੇ, ਕੀ ਕਹਿਣਾ ਚਾਹੋਗੇ? ਇਹਦੇ 'ਚ ਥੋੜੀ ਜਿਹੀ ਗੱਲ ਮੈਨੂੰ ਕਿਸਾਨਾਂ ਦੀ ਇਹ ਗੱਲ ਠੀਕ ਨਹੀਂ ਲੱਗੀ। ਪਰਸਨਲੀ ਮੇਰੇ ਵਿਚਾਰ ਨੇ, ਹੋ ਸਕਦਾ ਕੋਈ ਇਸ ਗੱਲ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ। ਜਿੱਥੋਂ ਤੱਕ ਕਰੋਨਾ ਦਾ ਸਵਾਲ ਹੈ, ਅਸੀਂ ਹੁਣੀ ਕਰਕੇ ਜ਼ਿਕਰ ਹਟੇ ਹਾਂ ਕਿ ਬਹੁਤ ਸਾਰੇ ਲੋਕ ਭਾਵੇਂ ਇਸ ਗੱਲ ਨੂੰ ਹਾਲੇ ਵੀ ਕਹਿੰਦੇ ਆ ਕਿ ਕੁਝ ਨਹੀਂ ਹੈਗਾ, ਪਰ ਵੱਡੀ ਸਮੱਸਿਆ ਹੈ, ਪੂਰੇ ਮੁਲਕ ਲਈ, ਪੂਰੀ ਦੁਨੀਆ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਤੇ ਸਰਕਾਰਾਂ ਦੀ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਟੀਕਾਕਰਨ ਜਿਹੜਾ ਉਹ ਜ਼ਰੂਰੀ ਹੈ। ਇਹ ਜਦ ਤੱਕ ਟੀਕਾਕਰਨ ਜਿਹੜਾ ਨਹੀਂ ਹੋ ਜਾਂਦਾ, ਤਦ ਤੱਕ ਸਾਨੂੰ ਇੱਕ ਦੂਸਰੇ ਤੋਂ ਦੂਰ ਰਹਿਣਾ ਪਵੇਗਾ। ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਹਾਂ ਜਾਂ ਅਸੀਂ ਫਿਜ਼ੀਕਲ ਡਿਸਟੈਂਸ ਦੀ ਗੱਲ ਕਰਦੇ ਹਾਂ, ਹੱਥ ਧੋਣ ਦੀ ਗੱਲ ਕਰਦੇ ਹਾਂ ਜਾਂ ਹੋਰ ਬਚਾਅ ਦੇ ਉਪਾਅ ਨੇ।
ਤੇ ਜਦੋਂ ਤੱਕ ਉਹ ਸਾਰੀਆਂ ਚੀਜ਼ਾਂ ਸਰਕਾਰ ਦੇ ਹੱਥ 'ਚ ਨਹੀਂ ਆਉਂਦੀਆਂ, ਸਰਕਾਰ ਉਹਨਾਂ ਚੀਜ਼ਾਂ ਤੋਂ ਪਾਰ ਨਹੀਂ ਪਾ ਪਾਉਂਦੀ, ਫਿਰ ਉਹਨਾਂ ਨੇ ਇਹ ਦੱਸਿਆ ਕਿ ਹਫ਼ਤੇ 'ਚ ਤੁਸੀਂ 2 ਦਿਨ ਜਿਹੜਾ ਆ ਪ੍ਰਾਂਤ ਨੂੰ, ਸਟੇਟ ਨੂੰ ਬੰਦ ਕਰ ਲਈਏ, ਜ਼ਰੂਰੀ ਚੀਜ਼ਾਂ ਨੂੰ ਛੱਡ ਕੇ, ਦਵਾਈਆਂ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹਫ਼ਤੇ 'ਚ 2 ਦਿਨ, ਸ਼ਨੀਵਾਰ ਤੇ ਐਤਵਾਰ, ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਸਾਰਾ ਕੁਝ ਜਿਹੜਾ ਉਹ ਬੰਦ ਰੱਖਿਆ ਜਾਵੇ। ਲੋਕ ਆਪਣੇ ਆਪਣੇ ਘਰਾਂ 'ਚ ਰਹਿਣ, ਜੇ ਬਹੁਤ ਜ਼ਰੂਰੀ ਆ ਤਦ ਹੀ ਨਿਕਲਣ। ਕਿਸਾਨ ਅੰਦੋਲਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ ਆਪਣੀ ਗੱਲ ਨੂੰ ਲੈ ਕੇ, ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣ ਰਹੀਆਂ। ਉਹਨਾਂ ਨੂੰ ਵੀ ਇਸ ਗੱਲ ਦਾ ਖਦਸ਼ਾ ਵੀ ਬੀਤੇ ਸਮੇਂ ਦੇ ਵਿੱਚ ਹੋਇਆ ਸੀ ਕਿ ਸ਼ਾਇਦ ਕਰੋਨਾ ਦੀ ਓਟ ਲੈ ਕੇ, ਕਰੋਨਾ ਦਾ ਆਸਰਾ ਲੈ ਕੇ ਸਰਕਾਰ ਸਾਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਹਾਲੇ ਵੀ ਉਹ ਜਿਹੜਾ ਖਦਸ਼ਾ ਉਹ ਬਰਕਰਾਰ ਹੈ। ਪਰ ਕੁਝ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕੀਤੀ ਆ ਕਿ ਅਸੀਂ ਇਹ ਜਿਹੜਾ ਲੋਕਡਾਊਨ ਹੈ, ਜਿਹੜਾ ਇਹ ਵੀਕਲੀ ਬੰਦ ਆ, ਇਹਨੂੰ ਬਿਲਕੁਲ ਨਹੀਂ ਮੰਨਾਂਗੇ, ਤੁਸੀਂ ਦੁਕਾਨਾਂ ਖੁਲਾਉਣ ਦੀ ਗੱਲ ਕਰਾਂਗੇ। ਕੀਤੀ ਉਹਨਾਂ ਨੇ ਕਿ ਅਸੀਂ ਬਾਜ਼ਾਰ ਖੋਲਾਂਗੇ। ਤੇ ਇਸ ਗੱਲ ਤੋਂ ਕੈਪਟਨ ਸਾਹਿਬ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਦੀ ਸਮਰਥਨ ਕਰਦੇ ਹਾਂ, ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਸਾਨੂੰ ਕਿਸਾਨ ਆਦੇਸ਼ ਨਹੀਂ ਦੇ ਸਕਦੇ। ਅਸੀਂ ਉਹਨਾਂ ਤੋਂ ਨਹੀਂ ਆਰਡਰ ਲੈਣੇ ਪਏ ਅਸੀਂ ਵੀਕਲੀ ਲੋਕਡਾਊਨ ਲਾਉਣਾ ਹੈ ਜਾਂ ਨਹੀਂ ਲਾਉਣਾ ਹੈ। ਸੋ ਇੱਕ ਭਰਮ ਦੀ ਸਥਿਤੀ ਜ਼ਰੂਰ ਬਣੀ ਹੋਈ ਹੈ। 2 ਦਿਨ ਲੋਕਾਂ ਦੇ ਵਿੱਚ ਪਰੇਸ਼ਾਨੀ ਰਹਿਣਗੀ, ਪਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਬੰਦ ਨੂੰ ਬੰਦ ਹੀ ਰੱਖਣਗੇ ਬਹੁਤ ਕਰਕੇ, ਕਿਉਂਕਿ ਬਿਮਾਰੀ ਤੋਂ ਡਰ ਜਿਹੜਾ ਉਹ ਸਾਰਿਆਂ ਨੂੰ ਲੱਗਦਾ ਹੈ। ਕਿਸਾਨ ਆਪਣੀ ਜਿੱਦ ਨੂੰ ਦਿਖਾਉ ਰਹੇ ਨੇ, ਆਪਣੇ ਵਿਰੋਧ ਦਾ ਪ੍ਰਦਰਸ਼ਨ ਜ਼ਰੂਰ ਕਰ ਰਹੇ ਨੇ, ਪਰ ਪ੍ਰਦਰਸ਼ਨ ਹੁਣ ਉਹ ਇੱਕ ਗੱਲ ਦੇ ਵਿੱਚ ਉਹ ਸੱਚੇ ਜ਼ਰੂਰ ਨੇ ਪਏ, ਉਹ ਕਰਨ ਕੀ, ਉਹਨਾਂ ਦੀ ਗੱਲ ਕੋਈ ਸੁਣ ਨਹੀਂ ਰਿਹਾ। ਬਹੁਤ ਲੰਬਾ ਟਾਈਮ ਹੋ ਗਿਆ, ਸਰਦੀਆਂ ਦੀ ਸ਼ੁਰੂਆਤ ਸੀ ਤੇ ਹੁਣ ਗਰਮੀਆਂ ਦੀ ਸ਼ੁਰੂਆਤ ਕੀ, ਗਰਮੀਆਂ ਮਿਡ 'ਚ ਆ ਗਈਆਂ। ਮਈ ਜੂਨ ਜਿਹੜੇ ਸਭ ਤੋਂ ਅਖੀਰਲੇ ਮਹੀਨੇ ਨੇ ਗਰਮੀਆਂ ਦੇ, ਪਰ ਬਹੁਤ ਲੰਬਾ ਟਾਈਮ ਹੋ ਗਿਆ ਤੇ ਉਹਨਾਂ ਦੀ ਗੱਲ ਜਿਹੜੀ ਨਹੀਂ ਸੁਣੀ ਜਾਂਦੀ। ਉਹਨਾਂ ਨੇ ਜਿਹੜਾ ਇਹੋ ਜਿਹਾ ਗੱਲ ਕੀਤੀ ਹੈ ਕਿ ਅਸੀਂ ਇਸ ਲੋਕਡਾਊਨ ਦਾ ਵਿਰੋਧ ਕਰਾਂਗੇ। ਚਾਹੀਦਾ ਤਾਂ ਇਹ ਹੈ ਕਿ ਸਰਕਾਰ ਇਸ ਮਸਲੇ ਦਾ ਕੋਈ ਹੱਲ ਕਰੇ, ਪਰ ਜੇਕਰ ਹੱਲ ਨਹੀਂ ਹੁੰਦਾ ਤੇ ਪੰਜਾਬ ਸਰਕਾਰ ਤਾਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੈ ਤੇ ਕਿਸਾਨਾਂ ਨੂੰ ਇਸ ਬਿਮਾਰੀ ਦੇ ਮੱਦੇਨਜ਼ਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਕੈਪਟਨ ਸਾਹਿਬ ਨੇ ਕਿਹਾ, ਡੀਜੀਪੀ ਨੂੰ ਆਦੇਸ਼ ਦਿੱਤੇ ਆ ਕਿ ਜਿਹੜਾ ਬੰਦ ਆ ਉਹਨੂੰ ਸਖਤੀ ਨਾਲ ਲਾਗੂ ਕਰਵਾਓ ਤੇ ਇਹੋ ਜਿਹੀਆਂ ਜਿਹੜੀਆਂ ਕੋਈ ਵੀ ਘਟਨਾ ਨਾ ਹੋਵੇ ਜਿਹਦੇ ਨਾਲ ਇਸ ਬਿਮਾਰੀ ਨੂੰ ਵਧਣ ਦੀ ਜਿਹੜੀ ਉਹ ਗੱਲ ਸਾਹਮਣੇ ਆਵੇ। ਪਰ ਅਸੀਂ ਬਹੁਤ ਵਾਰ ਦੇਖਿਆ ਹੈ ਕਿ ਸਰਕਾਰਾਂ ਆਦੇਸ਼ ਦੇਣ ਦੇ ਵਿੱਚ ਤਾਂ ਬਹੁਤ ਮੋਹਰੇ ਹੁੰਦੀਆਂ ਨੇ, ਪਰ ਉਹਨਾਂ ਚੀਜ਼ਾਂ ਨੂੰ ਲਾਗੂ ਨਹੀਂ ਕਰਵਾ ਪਾਉਂਦੀਆਂ ਤੇ ਆਪ ਵੀ ਇਹ ਬਹੁਤ ਸਾਰੇ ਇਹੋ ਜਿਹੇ ਕਾਨੂੰਨਾਂ ਨੂੰ ਮੌਕੇ ਬਾ ਮੌਕੇ ਛਿੱਕੇ ਟੰਗਦੇ ਰਹਿੰਦੇ ਨੇ। ਪਿਛਲੀ ਵਾਰ ਅਸੀਂ ਪਿਛਲੇ ਜਿਹਾ ਦੇਖਿਆ, ਜਦੋਂ ਲੋਕਲ ਬਾਡੀ ਦੇ ਇਲੈਕਸ਼ਨ ਹੋ ਕੇ ਹਟੀਆਂ ਤੇ ਬਹੁਤ ਸਾਰੀਆਂ ਕਮੇਟੀਆਂ ਦੇ ਪ੍ਰਧਾਨ ਬਣਾਉਣ ਸਮੇਂ ਮੰਤਰੀ ਵੀ ਹਾਜ਼ਰ ਸੀ ਤੇ ਸੰਤਰੀ ਵੀ ਹਾਜ਼ਰ ਸੀ ਤੇ ਵਿਧਾਇਕ ਵੀ ਹਾਜ਼ਰ ਸੀ ਤੇ ਉਹ ਜਿਹੜੇ ਆਪ ਵੀ ਇਹਨਾਂ ਕਾਨੂੰਨਾਂ ਨੂੰ ਤੋੜਦੇ ਨੇ। ਪਰ ਜਿੰਨੀ ਦੇਰ ਤੱਕ ਬਿਮਾਰੀ ਹੈ ਉਨੀ ਦੇਰ ਤੱਕ ਜੇ ਅਸੀਂ ਸਰਕਾਰ ਦਾ ਵਿਰੋਧ ਇਸ ਹੱਦ ਤੱਕ, ਇਸ ਗੱਲ ਤੱਕ, ਇਹੋ ਜਿਹੇ ਮੁੱਦਿਆਂ ਤੇ ਨਾ ਕਰੀਏ ਤਾਂ ਉਹ ਚੰਗੀ ਗੱਲ। ਤੇ ਦੁਕਾਨਦਾਰ ਵੀ ਕਿੰਨਾ ਜ਼ਿਆਦਾ ਵਿਰੋਧ ਕਰ ਰਹੇ ਨੇ ਪੰਜਾਬ ਸਰਕਾਰ ਦਾ। ਆਪਾਂ ਰੋਜ਼ ਹੀ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਵੀਡੀਓਜ਼ ਦੇਖਦੇ ਹਾਂ, ਖਬਰਾਂ ਸੁਣਦੇ ਹਾਂ। ਤੇ ਸ਼ਰਮਾ ਜੀ, ਉਹ ਵੀ ਕੀ ਕਰਨ ਜੇ ਦੁਕਾਨਾਂ ਬੰਦ ਹੋ ਗਈਆਂ? ਉਹਨਾਂ ਨੇ ਵੀ ਤੇ ਆਪਣੇ ਪਰਿਵਾਰ ਚਲਾਉਣੇ ਨੇ, ਸਰਕਾਰ ਉਹਨਾਂ ਲਈ ਵੀ ਤੇ ਕੁਝ ਸੋਚੇ। ਹਾਸੋਹੀਣੇ ਆਦੇਸ਼ ਸਾਹਮਣੇ ਆਉਂਦੇ ਨੇ। ਕੱਲ ਹੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਜਿਹੜੇ ਆਦੇਸ਼ ਸਾਹਮਣੇ ਆਏ ਆ, ਉਹਨਾਂ ਨੇ ਦੱਸਿਆ ਕਿ ਹਫ਼ਤੇ 'ਚ 1 ਦਿਨ ਆਹ ਦੁਕਾਨਾਂ ਖੁੱਲਣਗੀਆਂ, 2 ਦਿਨ ਆਹ ਦੁਕਾਨਾਂ ਖੁੱਲਣਗੀਆਂ, 1 ਦਿਨ ਆਹ ਹੋਵੇਗਾ, ਦੂਜੇ ਦਿਨ ਆਹ ਹੋਵੇਗਾ। ਹਾਲੇ ਤੱਕ ਅਸੀਂ ਉਹਨਾਂ ਆਦੇਸ਼ਾਂ ਨੂੰ ਪੜ੍ਹ ਹੀ ਰਹੇ ਸੀ ਤੇ ਘੰਟੇ ਕੁ ਬਾਅਦ ਇਹ ਜਾਣਕਾਰੀ ਆ ਗਈ ਕਿ ਇਹ ਜਿਹੜੇ ਸਾਰੇ ਆਦੇਸ਼ ਨੇ ਇਹ ਨਿਰਸਤ ਨੇ, ਇਹ ਖਤਮ ਕਰ ਦਿੱਤੇ ਗਏ ਨੇ ਤੇ ਨਵੇਂ ਆਦੇਸ਼ ਥੋੜ੍ਹੀ ਦੇਰ ਬਾਅਦ ਜਾਰੀ ਹੋਣਗੇ। ਤੇ ਫਿਰ ਲੋਕ ਹੱਸਦੇ ਵੀ ਨੇ ਕਿ ਸ਼ਾਮ ਪੈ ਗਈ ਹੈ, ਹੁਣ ਮਾਹੌਲ ਬਦਲ ਗਿਆ ਹੈ ਮਿਨਿਸਟਰਾਂ ਦਾ ਤੇ ਦਫ਼ਤਰਾਂ ਦਾ, ਤੇ ਹੁਣ ਸਵੇਰ ਤੱਕ ਜਾਂ ਥੋੜ੍ਹੀ ਦੇਰ ਸ਼ਾਮ ਤੱਕ ਜਿਹੜੇ ਆਦੇਸ਼ ਆ ਉਹ ਦੁਬਾਰਾ ਜਾਰੀ ਹੋਣਗੇ। ਜਿੱਥੋਂ ਤੁਸੀਂ ਦੁਕਾਨਦਾਰਾਂ ਦੀ ਗੱਲ ਕੀਤੀ ਆ ਸੁਵਲੀਨ ਜੀ, ਦੋਨੋਂ ਪਹਿਲੂ ਨੇ। ਬਹੁਤ ਸਾਰੇ ਦੁਕਾਨਦਾਰ ਇਹ ਵੀ ਚਾਹੁੰਦੇ ਨੇ ਕਿ ਦੁਕਾਨਾਂ ਖੁੱਲਣ ਤੇ ਸਾਡਾ ਜਿਹੜਾ ਕਾਰੋਬਾਰ ਆ ਉਹ ਚੱਲਦਾ ਰਹੇ, ਤੇ ਨਾਲ ਦੀ ਨਾਲ ਬਹੁਤ ਸਾਰੇ ਵਪਾਰ ਮੰਡਲ, ਬਹੁਤ ਸਾਰੇ ਯੂਨੀਅਨਾਂ ਇਹੋ ਜਿਹੀਆਂ ਵੀ ਨੇ ਜਿਹੜੇ ਕਹਿੰਦੇ ਨੇ ਕਿ ਕੰਪਲੀਟ ਬੰਦ ਕੁਝ ਦਿਨਾਂ ਲਈ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਹੀ ਅਸੀਂ ਇੱਕੋ ਵਾਰੀ ਇਸ ਮਾਹੌਲ ਦੇ ਵਿੱਚ ਆਈਏ। ਜਦੋਂ ਅਸੀਂ ਬਾਜ਼ਾਰ ਨੂੰ ਖੋਲ੍ਹਣ ਦੀ ਗੱਲ ਕਰਦੇ ਹਾਂ, ਮੈਂ ਇਸ ਗੱਲ ਦੇ ਵਿੱਚ ਬਹੁਤ ਸਰਕਾਰ ਤੋਂ ਡਿਫਰ ਕਰਦਾ। ਇਸ ਗੱਲ ਦੇ ਵਿੱਚ ਇਹ ਕਹਿੰਦੇ ਨੇ ਕਿ ਬਾਜ਼ਾਰ 3 ਘੰਟੇ ਲਈ ਖੁੱਲ੍ਹੇਗਾ, ਜਦੋਂ ਜਾਂ 4 ਘੰਟੇ ਲਈ ਖੁੱਲ੍ਹੇਗਾ, ਜਾਂ 5 ਤੋਂ ਲੈ ਕੇ 7 ਵਜੇ ਤੱਕ ਖੁੱਲ੍ਹੇਗਾ। ਜਦੋਂ ਤੁਸੀਂ ਟਾਈਮ ਰਿਸਟ੍ਰਿਕਟ ਕਰ ਦਿੱਤਾ, ਉਨੇ ਸਮੇਂ ਦੇ ਵਿੱਚ ਹੀ ਜਿਹਨੂੰ ਲੋੜ ਹੈ ਉਹ ਸਾਰੇ ਭੱਜਣਗੇ ਉਸ ਬਾਜ਼ਾਰ ਵੱਲ ਨੂੰ ਤੇ ਰਸ਼ ਵਧੇਗਾ। ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਮਾਨਸਿਕਤਾ ਹੈ, ਕੌਣ ਇਹਨਾਂ ਦਾ ਸਲਾਹਕਾਰ ਹੈ, ਕੌਣ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦੱਸਦਾ ਹੈ, ਪਰ ਬਹੁਤ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਖੁੱਲੀਆਂ ਰਹਿਣ ਦਿਓ, ਬਾਕੀ ਚੀਜ਼ਾਂ ਨੂੰ ਕੁਝ ਦਿਨਾਂ ਲਈ ਬੰਦ ਕਰ ਲਓ। ਟੀਕਾਕਰਨ ਮੁਹਿੰਮ ਨੂੰ ਤੇਜ਼ ਕਰ ਦਿਓ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ, ਸਭ ਤੋਂ ਜ਼ਰੂਰੀ ਸਾਨੂੰ ਹਰ ਵੇਲੇ ਆਪਣੀ ਜਿਹੜੀ ਪ੍ਰਾਇੋਰਟੀ ਉਹ ਸੈੱਟ ਕਰਨੀ ਪਵੇਗੀ। ਮਹਾਮਾਰੀ ਦੀ ਜਾਂ ਵੱਡੀ ਬਿਮਾਰੀ ਦੇ ਵਿੱਚ ਸਾਨੂੰ ਇਹ ਗੱਲ ਸੋਚਣੀ ਪਵੇਗੀ, ਜੇ ਸਾਡੇ ਲਈ 4 ਦਿਨ ਲਈ ਜਾਂ 5 ਦਿਨ ਲਈ 10 ਦਿਨ ਲਈ ਬਿਜ਼ਨਸ ਬਹੁਤ ਜ਼ਰੂਰੀ ਆ ਜਾਂ ਸਿਹਤ, ਤੇ ਉਸ ਤੋਂ ਵੀ ਪਹਿਲਾਂ ਜ਼ਿੰਦਗੀ। ਤੇ ਇੱਕ ਹੋਰ ਵੀ ਖਬਰ, ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਤੇ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਜਿਹੜੇ ਡਿਪਟੀ ਸੀਐਮ ਨੇ ਦੁਸ਼ਯੰਤ ਚੌਟਾਲਾ, ਉਹਨਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਰੱਦ ਉਹਨਾਂ ਨੇ ਨਹੀਂ ਕੀਤਾ ਜੀ, ਕਿਸਾਨਾਂ ਨੇ ਦੌਰਾ ਰੱਦ ਕਰਵਾਇਆ। ਕਿਸਾਨ ਵਿਰੋਧ ਦਾ ਸਾਹਮਣਾ ਸਭ ਤੋਂ ਵੱਧ ਜੇ
ਭਾਰਤ ਦੇ ਵਿੱਚ ਕਿਤੇ ਹੋਇਆ ਤਾਂ ਕਿਸਾਨ ਦੇ ਹਰਿਆਣੇ ਦੇ ਵਿੱਚ ਹੋਇਆ ਤੇ ਉੱਥੇ ਸਾਰੇ ਹੀ ਮੌਕੇ ਤੇ ਕਿਤੇ ਕੋਈ MLA, ਕੋਈ ਮਿਨਿਸਟਰ, ਕੋਈ ਇਹਨਾਂ ਦਾ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਕੋਈ ਨਹੀਂ ਬਚਿਆ ਜਿਹਦਾ ਦੌਰਾ ਰੱਦ ਨਾ ਹੋਇਆ ਹੋਵੇ, ਕਿਸੇ ਦਾ ਹੈਲੀਕਾਪਟਰ ਉਤਰਨ ਨਹੀਂ ਦਿੱਤਾ, ਕਿਸੇ ਦਾ ਚੜ੍ਹਨ ਨਹੀਂ ਦਿੱਤਾ। ਉਹ ਪਰ ਉਹਨਾਂ ਨੇ ਜੀਨ ਦੇ ਵਿੱਚ ਆਪਣਾ ਕੋਈ ਦੌਰਾ ਰੱਖਿਆ ਸੀ ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਨਹੀਂ ਉੱਥੇ ਆਉਣ ਦਿੱਤਾ। ਫਿਰ ਜਦ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਸ ਗੱਲ ਦੀ, ਉਹਨਾਂ ਨੇ ਪੁਸ਼ਟੀ ਨਹੀਂ ਕਰ ਲਈ ਕਿ ਜਿਹੜੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਚਟਾਲਾ ਸਾਹਿਬ ਉੱਥੇ ਨਹੀਂ ਆ ਰਹੇ, ਤਦ ਤੱਕ ਕਿਸਾਨ ਉੱਥੋਂ ਗਏ ਨਹੀਂ। ਪੁਲਿਸ ਨਾਲ ਉਹਨਾਂ ਦੀ ਤਿੱਖੀ ਬਿਆਨਬਾਜ਼ੀ ਵੀ ਹੋਈ ਆ, ਥੋੜੀ ਬਹੁਤ ਝੜਪ ਦੀ ਵੀ ਖਬਰ ਹੈ। ਕਿਸਾਨਾਂ ਦਾ ਵਿਰੋਧ ਹਰਿਆਣੇ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀ ਉੱਥੇ ਦੀ ਸਰਕਾਰ ਬਣਾਈ ਬੈਠੀ ਪਾਰਟੀ ਹੈ JJP ਤੇ ਭਾਜਪਾ, ਉਹਦੇ ਨਾਲ ਜਿਹੜਾ ਆ ਕਾਫੀ ਦੇਰ ਤੋਂ ਚੱਲ ਰਿਹਾ। ਪਹਿਲਾਂ ਵੀ ਉਹਨਾਂ ਦਾ ਵਿਰੋਧ ਹੁੰਦਾ ਰਿਹਾ, ਪਰ ਉਹ ਵੀ ਸਰਕਾਰ ਦੇ ਵਿੱਚ ਨੇ, ਸੱਤਾ ਦੇ ਵਿੱਚ ਨੇ, ਸੱਤਾ ਦਾ ਸੁੱਖ ਮਾਣ ਰਹੇ ਨੇ ਤੇ ਉਹਨਾਂ ਨੂੰ ਕਿਸਾਨਾਂ ਦੇ ਨਾਲ ਕੁਝ ਬਹੁਤਾ ਸਮਝ ਨਹੀਂ ਲੱਗਦਾ। ਤੇ ਦੂਸਰੀ ਗੱਲ ਇਹ ਵੀ ਆ ਕਿ ਹਰਿਆਣੇ 'ਚ ਚੋਣਾਂ ਹੋਣ ਨੂੰ ਹਾਲੇ ਟਾਈਮ ਹੈ, ਇਸ ਕਰਕੇ ਵੀ ਉਹ ਇਸ ਵਾਰ ਬੈਠੇ ਨੇ ਕਿ ਜਦੋਂ ਇਹ ਮਸਲਾ ਹੱਲ ਹੋ ਜਾਏਗਾ ਉਸ ਤੋਂ ਬਾਅਦ ਹੀ ਅਸੀਂ ਕਿਸਾਨਾਂ ਦੇ ਸਾਹਮਣੇ ਪੇਸ਼ ਹੋਵਾਂਗੇ। ਜੀ, ਥੋੜਾ ਜਿਹਾ ਰਾਜਨੀਤੀ ਚੋਂ ਬਾਹਰ ਆਉਂਦੇ ਆ। NCERT ਦੀਆਂ ਕਿਤਾਬਾਂ ਨੂੰ ਲੈ ਕੇ ਕੁਝ ਨਵੇਂ ਹੁਕਮ ਜਾਰੀ ਹੋਏ ਨੇ, ਉਹ ਕੀ ਨੇ? ਇਸ ਮੁਲਕ ਦੇ ਵਿੱਚ ਹੋਰ ਕੁਝ ਹੋਵੇ ਨਾ ਹੋਵੇ, ਸਮੱਸਿਆਵਾਂ ਜ਼ਰੂਰ ਰਹਿੰਦੀਆਂ ਨੇ ਤੇ ਹਰ ਗੱਲ ਜਿਹੜੀ ਆ ਉਹ ਕੋਰਟ ਦੇ ਵਿੱਚ ਜ਼ਰੂਰ ਪਹੁੰਚ ਜਾਂਦੀ ਜੀ। ਇਹਦੇ ਤੇ ਅਸੀਂ ਫਿਲਮਾਂ ਵੀ ਦੇਖੀਆਂ, ਬਹੁਤ ਕਾਨੂੰਨ ਦੇ ਤਰੀਕੇ ਦੇ ਨਾਲ ਲੈ ਕੇ ਬਣੀਆਂ ਹੋਈਆਂ। ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਅਸੀਂ ਬਹੁਤ ਵਾਰ ਕੇਸਿਸ ਦੀ ਵੀ ਸੁਣਵਾਈ ਕਰਦੇ ਹਾਂ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਤੁਸੀਂ NCERT ਦੀਆਂ ਜਾਂ ISCERT ਦੀਆਂ ਕਿਤਾਬਾਂ ਜਿਹੜੀਆਂ ਆ ਉਹ ਹੀ ਲਾਗੂ ਕਰਵਾਓ, ਜਾਂ ਤਾਂ ਉਹਨਾਂ ਦੀਆਂ ਛਾਪੀਆਂ ਹੋਈਆਂ ਹੋਣ ਜਾਂ ਫਿਰ ਉਹਨਾਂ ਦੀਆਂ ਅਪਰੂਵਡ ਹੋਣ। ਜੀ ਸੁਖਲੀਨ ਜੀ, ਸਾਡੇ ਵੀ ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਤੇ ਬਹੁਤ ਸਾਰੇ ਮਾਂ-ਬਾਪ ਨਾਲ ਵੀ ਸਾਡਾ ਸਾਹਮਣਾ ਹੁੰਦਾ ਹੈ। ਪ੍ਰਾਈਵੇਟ ਸਕੂਲਾਂ 'ਚ ਵੀ ਪੜ੍ਹਦੇ ਨੇ, ਸਰਕਾਰੀ 'ਚ ਵੀ ਪੜ੍ਹਦੇ ਨੇ। ਜਿਹੜੀਆਂ ਕਿਤਾਬਾਂ ਜਦੋਂ ਸਕੂਲ ਦੇ ਵਿੱਚ ਬੱਚੇ ਦੀ ਐਡਮਿਸ਼ਨ ਹੁੰਦੀ ਹੈ, ਪਹਿਲਾਂ ਤਾਂ ਉਹ ਮੋਟੀ ਫੀਸ ਵਸੂਲਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਬਹੁਤਿਆਂ ਦੇ ਜਿਹੜੇ ਅਧਿਕਾਰ ਜਾਂ ਹੁਕਮ ਇਹੀ ਹੁੰਦੇ ਨੇ ਕਿ ਕਿਤਾਬਾਂ, ਕਾਪੀਆਂ ਤੇ ਵਰਦੀਆਂ ਜਿਹੜੀਆਂ ਉਹਨਾਂ ਨੇ ਉੱਥੋਂ ਹੀ ਲੈਣੀਆਂ ਨੇ ਜਿੱਥੋਂ ਉਹਨਾਂ ਨੇ ਦੱਸਿਆ ਹੋਇਆ। ਤੇ ਪ੍ਰਾਈਵੇਟ ਜਿਹੜੇ ਪਬਲਿਸ਼ਰਸ ਨੇ ਉਹ ਬਹੁਤ ਮੋਟੀ ਜਿਹੜੀ ਉਹ ਕਮਾਈ ਉਹਨਾਂ ਦੀ ਉਹ ਕਰਦੇ ਨੇ। ਛੋਟੀ ਕਲਾਸ ਦੀਆਂ ਜਿਹੜੀਆਂ ਪ੍ਰੀ ਕਲਾਸਿਸ ਨੇ ਜਾਂ ਪਹਿਲੀ ਦੂਜੀ ਦੀਆਂ ਬੱਚਿਆਂ ਦੀਆਂ ਕਿਤਾਬਾਂ ਇਹ ਕਈ ਹਜ਼ਾਰ ਰੁਪਏ ਦੀਆਂ ਮਿਲਦੀਆਂ ਨੇ। ਅਸੀਂ ਆਪ ਲੈ ਕੇ ਆਉਂਦੇ ਹਾਂ ਤੇ ਦੇਖਦੇ ਹਾਂ ਕਿ 5000 ਰੁਪਏ ਦੀਆਂ ਕਿਤਾਬਾਂ ਨੇ ਜਾਂ 7000 ਦੀਆਂ ਕਿਤਾਬਾਂ ਨੇ। 5-6 ਸਬਜੈਕਟ ਪੜ੍ਹਦੇ ਨੇ ਤੇ ਇੰਨੀਆਂ ਕੀ ਕਿਤਾਬਾਂ ਦੀ ਗਿਣਤੀ ਹੈ ਤੇ ਉਹਨਾਂ ਦੇ ਉੱਤੇ ਇੰਨੇ ਜ਼ਿਆਦਾ ਰੁਪਈਏ ਲੈ ਜਾਂਦੇ ਨੇ। ਜਦੋਂ ਅਸੀਂ ਇਹਨੂੰ ਦੂਜੇ ਪਾਸੇ ਜਾ ਕੇ ਦੇਖਿਆ, ਪਬਲਿਸ਼ਰਸ ਨਾਲ ਦੇਖਿਆ ਜਾਂ ਕਿਤਾਬਾਂ ਵੇਚਣ ਵਾਲਿਆਂ ਨਾਲ ਗੱਲ ਹੋਈ, ਕੁਝ ਆਪ ਦੇ ਵੀ ਲਿੰਕ 'ਚ ਸੀ ਲੋਕ, ਫਿਰ ਉਹਨਾਂ ਨੇ ਦੱਸਿਆ ਕਿ ਇਹ ਸਕੂਲ ਸਾਡੇ ਨਾਲ ਗੱਲ ਫਾਈਨਲ ਕਰਦੇ ਨੇ ਕਿ ਅਸੀਂ ਹਰ ਕਿਤਾਬ ਦੀ ਅਮਾਊਂਟ ਦਾ ਇੱਕ ਵੱਡਾ ਹਿੱਸਾ ਸਕੂਲ ਨੂੰ ਦੇਣਾ ਹੁੰਦਾ। ਸੋ ਜਿਹੜੀ ਤੁਸੀਂ ਕੋਵਿਡ ਦੇ ਦੌਰਾਨ ਇਨਸਾਨੀਅਤ ਦੀ ਗੱਲ ਕੀਤੀ ਸੀ, ਇੱਥੇ ਵੀ ਉਹ ਇਨਸਾਨੀਅਤ ਜਿਹੜੇ ਆ ਪਬਲਿਸ਼ਰ ਜਿਹੜੇ ਉਹ ਵੇਚ ਕੇ ਖਾ ਚੁੱਕੇ ਨੇ। ਬਹੁਤ ਮੋਟੇ ਰੁਪਈਏ ਉਹ ਕਮਾਉਂਦੇ ਨੇ ਇਸ ਗੱਲ ਤੋਂ। ਸਰਕਾਰ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਕਿਉਂਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਵੱਡੇ ਲੀਡਰਾਂ ਦੇ ਹੀ ਨੇ। ਸ਼ਾਇਦ ਸਾਡੀ ਇਹਨਾਂ ਗੱਲਾਂ ਤੋਂ ਬਹੁਤ ਸਾਰੇ ਲੋਕ ਖਫਾ ਵੀ ਹੋਣਗੇ ਜਿਹੜੇ ਲੀਡਰ ਨੇ ਜਾਂ ਜਿਹੜੇ ਸਕੂਲ ਚਲਾ ਰਹੇ ਨੇ, ਪਰ ਅਸਲੀਅਤ ਇਹੀ ਆ। ਬੀਤੇ ਦਿਨਾਂ 'ਚ ਸਾਡੇ ਸਾਹਮਣੇ ਇੱਕ ਗੱਲ ਆਈ ਸੀ, ਸਾਨੂੰ ਕਿਸੇ ਸਾਡੇ ਦੋਸਤ ਨੇ ਕਿਹਾ ਕਿ ਸਕੂਲ ਦੇ ਵਿੱਚ ਜਾ ਕੇ ਤੇ ਵਰਦੀਆਂ ਵੰਡਾ, ਉਹ NRI ਸੀ, ਉਹਨੇ ਕੁਝ ਪੈਸੇ ਭੇਜੇ। ਜਦੋਂ ਅਸੀਂ ਉਹਦੀ ਪੁਣਛਾਣ ਕੀਤੀ, ਖਰੀਦਣ ਲਈ ਗਏ ਬਾਜ਼ਾਰ ਦੇ ਵਿੱਚੋਂ, ਤੇ ਉਹਦੇ ਵਿੱਚ ਜੋ ਸਵਲੀਨ ਜੀ ਅੰਕੜੇ ਸਾਹਮਣੇ ਆਏ, ਜੋ ਆਮ ਬਾਜ਼ਾਰ ਤੋਂ ਜਿਸ ਰੇਟ ਦੇ ਵਿੱਚ ਇੱਕ ਡਰੈਸ ਮਿਲਦੀ ਸੀ, ਜਦੋਂ ਅਸੀਂ ਉਹਦੇ ਥੋਕ ਦੇ ਵਿੱਚ ਪਹੁੰਚੇ ਤੇ ਉਹਦੇ ਵਿੱਚ ਕੀਮਤ ਦੇ ਵਿੱਚ 4 ਗੁਣਾ ਦਾ ਫਰਕ ਸੀ ਜੀ। ਜੋ ਬਾਜ਼ਾਰ ਦੇ ਵਿੱਚ ਚੀਜ਼ 400 ਦੀ ਮਿਲਦੀ ਸੀ, ਉਹ ਥੋਕ ਦੇ ਵਿੱਚੋਂ 100 ਰੁਪਏ ਦੀ ਮਿਲਦੀ ਸੀ। ਸੋ ਜੋ ਵੀ ਪ੍ਰੋਫਿਟ ਦੇ ਮਾਪਦੰਡ ਨੇ ਉਹ 10% 20% ਹੋਣੇ ਚਾਹੀਦੇ ਨੇ। ਉਹਦੇ ਤੇ ਕੁਝ ਹੋਰ ਤੁਹਾਡੇ ਖਰਚੇ ਆਉਂਦੇ ਨੇ, ਉਹਨਾਂ ਨੂੰ ਲਾ ਲਓ, ਪਰ ਉਹਦੇ 'ਚ ਇੰਨੀ ਵੇਰੀਏਸ਼ਨ ਨਹੀਂ ਹੋਣੀ ਚਾਹੀਦੀ। ਇਹੋ ਹਾਲ ਕਿਤਾਬਾਂ ਦਾ ਹੈ। ਹੁਣ ਅਸੀਂ ਇਸ ਮੁੱਦੇ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਕਿਹਾ ਸੀ, ਪ੍ਰਾਈਵੇਟ ਸਕੂਲਾਂ ਨੂੰ ਖਾਸ ਕਰਕੇ, ਕਿ ਤੁਸੀਂ ਕੁਝ ਖਾਸ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਸਰਕਾਰੀ ਛਾਪੀਆਂ ਨੇ ਜਾਂ ਅਪਰੂਵਡ ਨੇ ਉਹੀ ਵੇਚੋ, ਕਿਉਂਕਿ ਉਹਨਾਂ ਦੇ ਮੁੱਲ ਤੈਅ ਨੇ। ਤੇ ਸਰਕਾਰੀ ਪ੍ਰਾਈਵੇਟ ਸਕੂਲਾਂ ਨੇ ਫਿਰ ਉਹਦੇ ਬਦਲੇ ਦੇ ਵਿੱਚ ਉਸ ਆਦੇਸ਼ ਨੂੰ ਨਾ ਮੰਨਣ ਲਈ ਹਾਈ ਕੋਰਟ ਚਲੇ ਗਏ ਤੇ ਹਾਈ ਕੋਰਟ ਨੇ ਉਹ ਆਦੇਸ਼ ਜਿਹੜਾ ਪੰਜਾਬ ਸਰਕਾਰ ਦਾ ਰੱਦ ਕਰ ਦਿੱਤਾ। ਤੇ ਉਹਨਾਂ ਨੇ ਉੱਥੇ ਪਲੀ ਇਹ ਲਾਈ ਸੀ ਕਿ ਜਦੋਂ ਅਸੀਂ ਸਕੂਲ ਬਣਾਏ ਸੀ, ਜਦੋਂ ਅਸੀਂ ਮਨਜ਼ੂਰੀ ਲਈ ਸੀ ਤੇ ਸਰਕਾਰ ਨੇ ਸਾਨੂੰ ਦੱਸਿਆ ਨਹੀਂ ਸੀ ਉਦੋਂ ਕਿ ਤੁਸੀਂ ਕਿਹੜੀਆਂ ਕਿਤਾਬਾਂ ਤੋਂ ਪੜ੍ਹਾਉਣਾ ਹੈ। ਹਾਲਾਂਕਿ ਉਹਨਾਂ ਦੀ ਗੱਲ ਜ਼ਰੂਰ ਠੀਕ ਹੈ, ਪਰ ਗੱਲ ਤੇ ਸਮਝਣ ਦੀ ਹੈ, ਗੱਲ ਤੇ ਇਨਸਾਨੀਅਤ ਨੂੰ ਦੇਖਣ ਦੀ ਹੈ ਕਿ ਕਿਹੜੀਆਂ ਚੀਜ਼ਾਂ ਤੋਂ ਅਸੀਂ ਪ੍ਰੋਫਿਟ ਕਮਾਉਣਾ ਹੈ ਤੇ ਕਿੰਨਾ ਕਮਾਉਣਾ ਹੈ ਜੀ। ਅਸਲ ਦੇ ਵਿੱਚ ਤਾਂ ਬੱਚੇ ਨੂੰ ਪੜ੍ਹਾਉਣਾ ਹੈ ਤੇ ਉਹਨਾਂ ਕਿਤਾਬਾਂ ਦੀ ਜਿਹੜੀ ਕੀਮਤ ਹੈ ਉਹ ਤੈਅ ਹੋਣੀ ਚਾਹੀਦੀ ਹੈ। ਕਿੰਨਾ ਕੁ ਉਹਦੇ ਤੇ ਖਰਚਾ ਵੱਧਦਾ ਹੈ, ਕਿੰਨਾ ਘਟਦਾ ਹੈ, ਇੱਕ ਆਮ ਲੋਕਾਂ ਨੂੰ ਲੈ ਕੇ ਉਹਦੇ 'ਚ ਬੜੀਆਂ ਸਮੱਸਿਆਵਾਂ ਫਿਰ ਆਉਂਦੀਆਂ ਨੇ। ਸਕੂਲਿੰਗ ਜਿਹੜੀ ਆ ਉਹ ਬੜੀ ਮਹਿੰਗੀ ਹੋਈ ਜਾਂਦੀ ਹੈ ਦਿਨ ਪਰ ਦਿਨ। ਪਰ ਸਰਕਾਰ ਉਹਦੇ 'ਚ ਦੂਜੇ ਪਾਸੇ ਵੀ ਦੋਸ਼ੀ ਆ। ਜੇ ਸਰਕਾਰੀ ਸਕੂਲਾਂ ਦਾ ਜਿਹੜਾ ਸਟਰਕਚਰ ਹੈ, ਇਨਫਰਾਸਟਰਕਚਰ ਤੇ ਜਿਹੜਾ ਉਹਨਾਂ ਦਾ ਸਿਸਟਮ ਹੈ, ਉਹਨੂੰ ਜੇ ਸੁਧਾਰਿਆ ਜਾਵੇ ਤਾਂ ਇਹ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਆਪਣੇ ਆਪ ਹੀ ਠੀਕ ਹੋ ਜਾਣਗੇ। ਫਿਰ ਇਹਨਾਂ ਦੇ ਉੱਤੇ ਕੋਈ ਨਕੇਲ ਕੱਸਣ ਦੀ ਲੋੜ ਨਹੀਂ ਹੈ। ਜਿੱਦਾਂ ਇੰਸ਼ੋਰੈਂਸ ਸੈਕਟਰ ਨੂੰ IRDA ਨੇ ਸੈੱਟ ਕਰ ਲਿਆ ਹੈ, ਬੈਂਕਿੰਗ ਸੈਕਟਰ ਦੇ ਉੱਤੇ RBI ਹੈ, ਇੱਦਾਂ ਜੇ ਸਰਕਾਰ ਇਸ ਬਹੁਤ ਸਾਰੀਆਂ ਚੀਜ਼ਾਂ ਤੋਂ ਕੰਨੀ ਕਤਰਾਉਣਾ ਵੀ ਚਾਹੁੰਦੀ ਆ ਤੇ ਫਿਰ ਇਹੋ ਜਿਹੀਆਂ ਨਿਯੰਤਰਣ ਬੋਡੀਜ਼ ਬਣਾ ਦੇਵੇ, ਇਹੋ ਜਿਹੇ ਅਦਾਰੇ ਸਥਾਪਿਤ ਕਰੇ ਜਿਹੜੇ ਇਹਨਾਂ ਨੂੰ ਸਿਸਟਮ ਦੇ ਵਿੱਚ ਬਣਾ ਕੇ ਰੱਖਣ।
ਮਤਲਬ ਤੁਸੀਂ ਕਹਿ ਰਹੇ ਹੋ ਕਿ ਚਾਨਣ ਮੁਨਾਰੇ ਜਿਹੜੇ ਉਹ ਮੁਨਾਫੇ ਦਾ ਧੰਦਾ ਬਣ ਚੁੱਕੇ ਨੇ, ਬਹੁਤ ਵੱਡੇ ਮੁਨਾਫੇ ਦਾ ਧੰਦਾ ਨੇ, ਛੋਟੇ ਦਾ ਨਹੀਂ। ਮੁਨਾਫਾ ਕਮਾਉਣਾ ਇਹਨਾਂ ਦਾ ਹੱਕ ਹੈ, ਪਰ ਉਹ ਕਿੰਨਾ ਕਮਾਉਣਾ ਹੈ ਇਸ ਚੀਜ਼ ਦੇ ਉੱਤੇ ਸਰਕਾਰ ਨੂੰ ਥੋੜਾ ਜਿਹਾ ਚੈੱਕ ਜਿਹੜਾ ਹੈ ਉਹ ਜ਼ਰੂਰ ਰੱਖਣਾ ਚਾਹੀਦਾ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਵੱਖ-ਵੱਖ ਮੁੱਦਿਆਂ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਸੁਲੀਨ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।